ਪੰਕਜ ਬੰਦਨ ਪਗ, ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ਼੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦਹੁ ਬਾਰ ਬਾਰ ਜਗਦੀਸ਼ਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦਹੁ ਬਾਰ ਬਾਰ ਜਗਦੀਸ਼ਾ। ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ, ਦੀਨ ਦਿਆਲ ਕਿਰਪਾਲ ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦੀਨ ਦਿਆਲ ਕਿਰਪਾਲ ਸੱਚੇ ਪਾਤਸ਼ਾਹ ਜੀ ਮਹਾਰਾਜ। ਦਾਸਾਂ ਗਰੀਬਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਸੱਚੇ ਪਾਤਸ਼ਾਹ, ਮਿਹਰਬਾਨ ਸੱਚੇ ਪਾਤਸ਼ਾਹ, ਦਿਆਲੂ ਸੱਚੇ ਪਾਤਸ਼ਾਹ, ਕਿਰਪਾਲੂ ਸੱਚੇ ਪਾਤਸ਼ਾਹ, ਮਹਾਨ ਖੁਸ਼ੀਆਂ ਆਨੰਦ ਦੀ ਦਾਤ ਬਖਸ਼ਿਸ਼ ਕਰਨ ਵਾਲੇ ਸੱਚੇ ਪਾਤਸ਼ਾਹ, ਸਮੂਹ ਮਹਿਮਾ ਦੇ ਮਾਲਕ ਸੱਚੇ ਪਾਤਸ਼ਾਹ, ਸਮਰੱਥ ਸਤਿਗੁਰੂ, ਪ੍ਰਤੱਖ ਸਤਿਗੁਰੂ, ਗਰੀਬਾਂ ਦਾਸਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਸੱਚੇ ਪਾਤਸ਼ਾਹ, ਮੇਰਾਂ ਦੇ ਘਰ ਸੱਚੇ ਪਾਤਸ਼ਾਹ, ਚਾਬਰ ਛਤਰ ਤਖਤ ਦੇ ਮਾਲਕ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ,
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬਹੁਤ ਹੀ ਪ੍ਰੇਮ ਦੇ ਨਾਲ ਸਾਰੀ ਹੀ ਸੰਗਤ ਉਚਾਰਨ ਕਰੋ ਜੀ, ਇੱਕ ਵਾਰ ਗੱਜ ਕੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਸੱਜ ਕੇ ਆਪ ਜੀ ਨੇ ਬਹੁਤ ਹੀ ਪ੍ਰੇਮ ਦੇ ਨਾਲ ਗੁਰੂ ਸਵਾਰਿਆਂ ਪਾਸੋਂ ਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਪ੍ਰੇਮ ਸਹਿਤ ਸਰਵਣ ਕੀਤਾ ਹੈ। ਔਰ ਸਾਧ ਸੰਗਤ ਜੀ ਸਾਨੂੰ ਸਾਰਿਆਂ ਨੂੰ ਹੀ ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕਰਕੇ ਸੰਗਤ ਕਰਨ ਦਾ ਜਿਹੜਾ ਸੁਭਾਗਾ ਸਮਾਂ ਹੈ ਉਹ ਪ੍ਰਾਪਤ ਹੋਇਆ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਅਜਿਹਾ ਸਮਾਂ ਗੁਰੂ ਜੀ ਦੀ ਮਿਹਰ ਦੇ ਨਾਲ ਬਣਦਾ ਹੈ। ਭਾਵੇਂ ਕੁਝ ਹੀ ਸਮਾਂ ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਣਾ, ਪ੍ਰੇਮ ਨਾਲ ਬੈਠਣਾ, ਧਿਆਨ ਨਾਲ ਬੈਠਣਾ, ਇਕਾਗਰਤਾ ਦੇ ਨਾਲ ਬੈਠਣਾ, ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਆਪ ਜੀ ਬਹੁਤ ਹੀ ਪ੍ਰੇਮ ਦੇ ਨਾਲ ਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਤੁਸਾਂ ਨੇ ਸਰਵਣ ਕੀਤਾ। ਆਓ ਸਾਰੀ ਸੰਗਤ ਦਾਸ ਦੀ ਤੇ ਆਪਣੀ ਹਾਜ਼ਰੀ ਹਜੂਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿਖੇ ਲਵਾਓ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੇਰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜੋ ਕਿ ਮਹਾਰਾਜ ਸਾਈਂ ਦਾਸ ਜੀ ਦੇ ਘਰ ਵਿੱਚ ਪਹੁੰਚੇ ਹਨ। ਸਾਈਂ ਦਾਸ ਜੀ ਬੜੇ ਪ੍ਰੇਮ ਨਾਲ ਗੁਰੂ ਜੀ ਨੂੰ ਉਡੀਕ ਰਹੇ ਸਨ। ਜਦੋਂ ਖਬਰ ਮਿਲ ਗਈ ਵੀ 6ਵੇਂ ਪਾਤਸ਼ਾਹ ਆ ਰਹੇ ਨੇ, ਸਾਈਂ ਦਾਸ ਜੀ ਪਿੰਡ ਦੇ ਬਾਹਰ ਜਾ ਕੇ ਗੁਰੂ ਜੀ ਨੂੰ ਲੈਣ ਗਏ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਘਰੋਂ ਬਾਹਰ ਨਿਕਲਣਾ ਹੋਰ ਗੱਲ ਹੈ, ਸਾਈਂ ਦਾਸ ਜੀ ਤਾਂ ਪਿੰਡ ਦੇ ਬਾਹਰ ਹੀ ਲੈਣ ਚਲੇ ਗਏ ਸੱਚੇ ਪਾਤਸ਼ਾਹ ਨੂੰ। ਇਹ ਬਹੁਤੇ ਪਿਆਰ ਤੇ ਸਤਿਕਾਰ ਦੀ ਖੇਡ ਹੈ ਜੀ। ਕੋਈ ਸਿਆਣਾ ਗੁਰਮੁਖ ਆਵੇ, ਆਪਾਂ ਗੇਟ ਤੇ ਆ ਕੇ ਅਗਲਵੰਡੀ ਉਹਨੂੰ ਲੈਣ ਆਉਂਦੇ ਆ ਜੀ, ਤੇ ਪਿੰਡ ਦੇ ਬਾਹਰ ਹੀ ਚਲ ਜਾਣਾ ਲੈਣ ਵਾਸਤੇ। ਤੁਸੀਂ ਆਪੇ ਹਿਸਾਬ ਲਾਓ ਸਾਈਂ ਦਾਸ ਜੀ ਦਾ ਕਿੰਨਾ ਪਿਆਰ ਹੋਏਗਾ ਗੁਰੂ ਜੀ ਦੇ ਚਰਨਾਂ ਨਾਲ ਜੀ। ਸਾਈਂ ਦਾਸ ਜੀ ਸਹਿਤ ਪ੍ਰੇਮ ਦੇ ਗੁਰੂ ਜੀ ਨੂੰ ਆਪਣੇ ਗ੍ਰਹਿ ਵਿਖੇ ਲੈ ਕੇ ਆਏ, ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਗ੍ਰਹਿ ਵਿਖੇ ਆ ਕੇ ਸੱਜਣਾ ਕੀਤਾ। ਤੇ ਆਪ ਜੀ ਨੇ ਸੁਣਿਆ, ਜਦੋਂ ਗੁਰੂ ਜੀ ਆਏ, ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਨਮਸਕਾਰਾਂ ਕੀਤੀਆਂ, ਔਰ ਨੇਤਰਾਂ ਦੇ ਜਲ ਦੇ ਨਾਲ ਗੁਰੂ ਜੀ ਦੇ ਚਰਨ ਧੋ ਦਿੱਤੇ ਜੀ। ਹੁਣ ਇਹ ਗੱਲਾਂ ਕਹਿਣੀਆਂ ਸੌਖੀਆਂ, ਗੁਰੂ ਜੀ ਦੇ ਪਿਆਰ ਵਿੱਚ ਇੱਕ ਹੰਝੂ ਵੀ ਆਉਣਾ ਬੜਾ ਔਖਾ ਹੈਗਾ ਜੀ। ਹਾਂਜੀ, ਵਿਰਲੇ ਭਾਗਾਂ ਵਾਲੇ ਸਿੱਖ ਐਸੇ, ਕੁਝ ਐਸੇ ਸਿੱਖਾਂ ਦੇ ਵੀ ਦਰਸ਼ਨ ਹੋਏ ਨੇ, ਜਦੋਂ ਗੁਰੂ ਸਾਹਿਬ ਜੀ ਦਾ ਨਾਮ ਮੁਖ ਤੇ ਆਉਂਦਾ ਨਾ ਜੀ, ਬਸ ਉਹਨਾਂ ਦੇ ਨੇਤਰਾਂ ਚੋਂ ਜਲ ਵਹਿਣਾ ਸ਼ੁਰੂ ਹੋ ਜਾਂਦਾ ਜੀ। ਪਤਾ ਨਹੀਂ ਅੰਦਰ ਕਿੰਨਾ ਕੁ ਪਿਆਰ ਜਾਗ ਜਾਂਦਾ ਜੀ, ਇਹ ਤੇ ਉਹੀ ਜਾਣਦੇ ਜੀ। ਹੁਣ ਗੁਰੂ ਸਾਹਿਬ ਸਾਹਮਣੇ ਨੇ, ਸਾਈਂ ਦਾਸ ਜੀ ਨੇ ਚਰਨ ਧੋ ਦਿੱਤੇ ਜੀ, ਨੇਤਰਾਂ ਦੇ ਹੰਝੂਆਂ ਨਾਲ, ਨੇਤਰਾਂ ਦੇ ਜਲ ਨਾਲ। ਮਹਾਰਾਜ ਸਾਈਂ ਦਾਸ ਜੀ ਦੇ ਘਰ ਵਿੱਚ ਬੈਠੇ ਨੇ, ਖੁਸ਼ੀਆਂ ਰਹਿਮਤਾਂ ਆਨੰਦ ਬਰਸਾ ਰਹੇ ਨੇ। ਉੱਥੇ ਫਿਰ ਵਿਸਾਖੀ ਦਾ ਦੀਵਾਨ ਸੱਜਿਆ ਜੀ। ਉਹਦੇ ਤੋਂ ਅੱਗੇ ਇੱਕ ਸਾਖੀ ਆਰੰਭ ਹੋਈ ਸੀ, ਉਹਦਾ ਕੁਝ ਹਿੱਸਾ ਆਪ ਜੀ ਨੇ ਸਰਵਣ ਕੀਤਾ। ਗੁਰਮੁਖ ਇੱਕ ਸਿੱਖ ਸੀ ਜਿਸ ਦਾ ਨਾਮ ਸੀ ਭਾਈ ਆਕਲ ਜੀ। ਗੱਜ ਕੇ ਆਖੋ ਵਾਹਿਗੁਰੂ। ਭਾਈ ਆਕਲ ਜੀ ਨੂੰ ਗੁਰੂ ਕੀ ਸਿੱਖੀ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਹੋਈ ਸੀਗੀ ਜੀ। ਬੜੇ ਪ੍ਰੇਮ ਨਾਲ ਗੁਰੂ ਕੀ ਸਿੱਖੀ ਨੂੰ ਕਮਾਇਆ। ਸਵਾਸ ਸਵਾਸ ਨਾਮ ਦਾ ਅਭਿਆਸ ਤੇ ਸਾਧ ਸੰਗਤ ਜੀ ਸੇਵਾ ਵੀ ਪੂਰੀ ਕਰਨੀ ਤੇ ਕਿਰਤ ਵੀ ਧਰਮ ਦੀ ਕਰਨੀ ਜੀ। ਧਰਮ ਦੀ ਕਿਰਤ ਕਰਨੀ, ਸੇਵਾ ਵੀ ਕਰਨੀ। ਗੁਰਮਤ ਵਿੱਚ ਉਹਨਾਂ ਨੇ ਆਪਣੇ ਮਨ ਨੂੰ ਟਿਕਾ ਕੇ ਰੱਖਿਆ ਸੀ। 6 ਮਹੀਨੇ ਆਪਣੇ ਨਗਰ ਤੋਂ ਉਹ ਆ ਕੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਸਨ ਜੀ। ਫਿਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸਿੱਖੀ ਧਾਰਨ ਕੀਤੀ। ਭਾਵ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਦੇ ਰਹੇ। ਇਲਾਕੇ ਦੇ ਵਿੱਚ ਭਾਈ ਸਾਧੂ ਜੀ, ਭਾਈ ਆਕੁਲ ਜੀ ਦਾ ਬੜਾ ਮਾਣ ਸਤਿਕਾਰ ਸੀ। ਗੱਜ ਕੇ ਆਖੋ ਵਾਹਿਗੁਰੂ। ਤੇ ਕਈ ਸਿੱਖ ਤੇ ਕਹਿੰਦੇ ਨੇ ਵੀ ਵੱਡਾ ਨਗਰ ਜਿਹੜਾ ਸੀ ਨਾ ਜੀ, ਪਿੰਡ ਦਾ ਨਾਂ ਸੀ, ਨਗਰ ਦਾ ਨਾਂ ਸੀ ਵੱਡੇ ਪਿੰਡ ਜੀ। ਹਾਂਜੀ, ਵੱਡੇ ਪਿੰਡ ਦੇ ਮਸੰਦ ਸਨ ਜੀ ਭਾਈ ਆਕਲ ਜੀ, ਤੇ ਜੀਵਨ ਵਾਲੇ ਮਸੰਦ, ਗੁਰੂ ਕੇ ਪ੍ਰੇਮ ਵਾਲੇ ਮਸੰਦ ਜੀ। ਭਾਈ ਆਕਲ ਜੀ ਦੇ ਗ੍ਰਹਿ ਵਿਖੇ ਇੱਕ ਪੁੱਤਰੀ ਪੈਦਾ ਹੋਈ, ਧੀ ਪੈਦਾ ਹੋਈ।
ਜਿਹਦੀ ਪੂਰਬਲੀ ਭਗਤੀ ਬਹੁਤ ਜ਼ਿਆਦਾ ਸੀਗੀ ਜੀ। ਪਰ ਭਗਤੀ ਸੀ, ਵੱਡੇ ਭਾਗਾਂ ਵਾਲੀ ਉਹ ਧੀ ਸੀ। ਭਾਈ ਆਕੁਲ ਜੀ ਨੇ ਬਾਣੀ ਉਹਨੂੰ ਪੜ੍ਹ ਕੇ ਪਾਲਿਆ ਜੀ। ਹਾਂਜੀ, ਬਾਣੀ ਉਹਨੂੰ ਸੁਣਾਉਣੀ, ਬਾਣੀ ਸੁਣਾ ਕੇ ਪ੍ਰਸ਼ਾਦਾ ਛਕਾਉਣਾ, ਸਭ ਕੁਝ ਕਰਨਾ। ਭਾਈ ਸਾਹਿਬ ਨੇ ਗੁਰਮਤ ਦੀਆਂ ਲੋਰੀਆਂ ਦਿੱਤੀਆਂ ਜੀ ਆਪਣੀ ਧੀ ਨੂੰ ਜੀ। ਭਾਈ ਆਕੁਲ ਜੀ ਦੀ ਧੀ ਵਿੱਚ ਵੀ ਜੀ ਗੁਰੂ ਕੀ ਸਿੱਖੀ ਵਸ ਚੁੱਕੀ ਸੀ। ਹੁਣ ਇਸ ਗੱਲ ਦਾ ਧਿਆਨ ਦੇਣਾ, ਹਰ ਇੱਕ ਸਿੱਖ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜ਼ਰੂਰ ਜੋੜੇ ਜੀ, ਗੁਰੂ ਜੀ ਦੇ ਚਰਨਾਂ ਨਾਲ ਜ਼ਰੂਰ ਜੋੜੇ। ਭਾਈ ਆਕੁਲ ਜੀ ਨੇ ਆਪਣੀ ਕੰਨਿਆ, ਆਪਣੀ ਧੀ, ਆਪਣੀ ਸਪੁੱਤਰੀ ਨੂੰ ਗੁਰੂ ਜੀ ਦੀ ਬਾਣੀ ਪੜ੍ਹਨੀ ਸਿਖਾਈ। ਤੇ ਭਾਈ ਆਕੁਲ ਜੀ ਦੀ ਧੀ ਜ਼ੁਬਾਨੀ ਨਿਤਨੇਮ ਕਰਦੀ ਹੁੰਦੀ ਸੀ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜ਼ੁਬਾਨੀ ਨਿਤਨੇਮ ਕਰਨਾ, ਜਪਜੀ ਸਾਹਿਬ ਜੀ ਦਾ ਪਾਠ, ਹੋਰ ਬਾਣੀਆਂ ਦਾ ਪਾਠ ਇਸ ਲੜਕੀ ਨੇ ਕਰਨਾ। ਹਾਂਜੀ, ਹੁਣ ਵੇਖੋ ਨਾ ਜੀ, ਜਿਹੜਾ ਬੱਚਾ ਸ਼ੁਰੂ ਤੋਂ ਹੀ ਗੁਰਬਾਣੀ ਸੁਣ ਰਿਹਾ, ਗੁਰਬਾਣੀ ਕੰਠ ਤੇ ਹੋਈ ਜਾਂਦੀ ਹੈ ਜੀ। ਹਾਂਜੀ, ਬਚਪਨ ਤੋਂ ਹੀ ਜਿਹੜਾ ਗੁਰਬਾਣੀ ਦਾ ਪਾਠ ਸੁਣ ਰਿਹਾ ਹੈ ਤੇ ਗੁਰਬਾਣੀ ਤੇ ਕੰਠ ਸੁੱਤੇ ਸਿੱਧੀ ਹੋਣੀ ਸੀ ਕੀਤੀ। ਭਾਈ ਆਕੁਲ ਜੀ ਦੀ ਧੀ 7 ਕੁ ਸਾਲਾਂ ਦੀ ਹੋ ਗਈ ਹੈ। ਭਾਈ ਆਕੁਲ ਜੀ ਨੇ ਪਿੰਡ ਦੇ ਸਿਆਣੇ ਬੰਦੇ ਨੂੰ ਸੱਦਿਆ ਵੀ ਸਾਡੀ ਧੀ ਦਾ ਰਿਸ਼ਤਾ ਕਿਤੇ ਤੈਅ ਕਰਕੇ ਆਓ। ਪਿੰਡ ਦਾ ਸਿਆਣਾ ਬੰਦਾ ਵੱਡੇ ਪਿੰਡ ਤੋਂ ਤੁਰਿਆ, ਬਹੁਤ ਥਾਵਾਂ ਤੇ ਖੋਜਦਾ ਰਿਹਾ ਤੇ ਸਿਆਣਾ ਪਰਿਵਾਰ ਨਾ ਲੱਭਾ। ਜਿਸ ਘਰ ਵਿੱਚ ਚੰਗੀ ਮਾਇਆ ਹੋਵੇ ਇਹੋ ਜਿਹਾ ਪਰਿਵਾਰ ਨਾ ਲੱਭਾ ਜੀ। ਤੇ ਕਰਦਿਆਂ ਕਰਦਿਆਂ ਤੁਲਕਾਣੀ ਪਿੰਡ ਵਿੱਚ ਪਹੁੰਚ ਗਏ ਜੀ। ਤੁਲਕਾਣੀ ਪਿੰਡ ਵਿੱਚ, ਤੁਲਕਾਣੀ ਨਗਰ ਦੇ ਵਿੱਚ ਸਰਵਰੀਆਂ ਦਾ ਘਰ ਸੀਗਾ ਜੀ। ਸਰਵਰੀਏ ਕੌਣ ਹੁੰਦੇ ਭਲਾ? ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਰਵਰੀਏ ਹੁੰਦੇ ਜਿਹੜੇ ਕਬਰਾਂ ਨੂੰ ਮੰਨਦੇ ਜੀ। ਹਾਂਜੀ, ਤੁਰਕ ਜਿਹੜੇ ਨੇ ਉਹ ਨਹੀਂ ਕਬਰਾਂ ਨੂੰ ਮੰਨਦੇ ਜੀ, ਇਹ ਸਰਵਰੀਏ ਮੰਨਦੇ ਜੀ। ਦੀਵੇ ਜਗਾ ਛੱਡਣੇ ਜੀ। ਤੇ ਸਰਵਰੀਆਂ ਦਾ ਘਰ ਸੀਗਾ ਜੀ। ਹੁਣ ਭਾਈ ਆਕੁਲ ਜੀ ਦੀ ਬੇਟੀ ਦਾ ਰਿਸ਼ਤਾ ਉਹ ਸਿਆਣਾ ਬੰਦਾ ਬੇਧਿਆਨੀ ਨਾਲ ਉੱਥੇ ਕਰ ਆਇਆ ਜੀ। ਹੋਵੇ ਸਿੱਖ ਦੀ ਧੀ ਤੇ ਰਿਸ਼ਤਾ ਉਸ ਘਰ ਵਿੱਚ ਹੋ ਜੇ, ਤੁਸੀਂ ਆਪੇ ਹਿਸਾਬ ਲਾਓ ਵੀ ਸਿੱਖ ਦੇ ਮਨ ਉੱਤੇ ਕੀ ਬੀਤਦੀ ਹੋਵੇਗੀ ਜੀ। ਹੈ ਨਾਮ ਸੀਗਾ ਜਿਹਦੇ ਘਰ ਰਿਸ਼ਤਾ ਕਰਕੇ ਆਏ ਭਾਈ ਸਾਦਾ। ਹਾਂਜੀ, ਭਾਈ ਸਾਦੇ ਨਾਲ ਰਿਸ਼ਤਾ ਕੀਤਾ ਸੀਗਾ ਜੀ। ਹੁਣ ਇਹ ਗੱਲ ਦਾ ਵੀ ਥੋੜਾ ਜਿਹਾ ਆਪ ਜੀ ਧਿਆਨ ਦੇਣਾ ਵੀ ਜਦੋਂ ਰਿਸ਼ਤਾ ਹੋ ਗਿਆ, ਲੜਕੇ ਦੇ ਪਿਤਾ ਦਾ ਨਾਂ ਸੀ ਭਾਈ ਸਾਦਾ। ਹਾਂਜੀ, ਹੁਣ ਸੁਣੋ ਬੜੇ ਧਿਆਨ ਨਾਲ। ਉਹ ਸਿਆਣਾ ਬੰਦਾ ਭਾਈ ਆਕੁਲ ਜੀ ਦੇ ਕੋਲ ਆਇਆ ਜੀ। ਉਹਨੇ ਆ ਕੇ ਕਿਹਾ ਵੀ ਬੜੇ ਵਧੀਆ ਘਰ ਰਿਸ਼ਤਾ ਜੋੜਿਆ, ਬਹੁਤ ਵਧੀਆ ਘਰ ਤੇਰੀ ਧੀ ਦਾ ਰਿਸ਼ਤਾ ਜੋੜ ਕੇ ਆਇਆ। ਪੁੱਛਿਆ ਦੱਸ ਕਿੱਥੇ? ਦੱਸਿਆ ਤੁਲਕਾਣੀ ਪਿੰਡ ਵਿੱਚ ਸਾਦੇ ਦੇ ਘਰ ਤੇਰਾ ਰਿਸ਼ਤਾ ਜੋੜ ਕੇ ਆਇਆ। ਜਦੋਂ ਆਹ ਗੱਲ ਸੁਣੀ ਨਾ ਜੀ, ਤੇ ਨਾਲ ਆਖਿਆ ਵੀ ਇਹ ਦੱਸ ਵੀ ਉਹ ਹੈ ਸਿੱਖ ਹੈ ਕਿ ਨਹੀਂ ਹੈ ਜੀ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਉਸ ਸਿਆਣੇ ਬੰਦੇ ਨੇ ਆਖਿਆ ਵੀ ਇਸ ਗੱਲ ਦੀ ਤੇ ਮੈਂ ਪਰਵਾਹ ਹੀ ਨਹੀਂ ਕੀਤੀ ਵੀ ਉਹ ਸਿੱਖ ਹੈ ਕਿ ਨਹੀਂ, ਤੇ ਮੈਂ ਤੇ ਬਸ ਘਰ ਚੰਗਾ ਵੇਖਿਆ ਤੇ ਘਰ ਚੰਗਾ ਵੇਖ ਕੇ ਤੇ ਉੱਥੇ ਰਿਸ਼ਤਾ ਕਰ ਆਇਆ। ਹੁਣ ਭਾਈ ਸਾਦਾ ਜੀ ਨੂੰ ਚਿੰਤਾ ਇਹ ਲੱਗ, ਵਾਹਿਗੁਰੂ ਭਾਈ ਆਕੁਲ ਜੀ ਨੂੰ ਚਿੰਤਾ ਇਹ ਲੱਗ ਗਈ। ਵੇਖੋ ਹੈਰਾਨੀ ਦੀ ਗੱਲ ਇਹ ਹੈ, ਸਿੱਖ ਨੂੰ ਚਿੰਤਾ ਲੱਗ ਗਈ ਜੀ। ਤੇ ਫਿਰ ਗੁਰੂ ਸਾਹਿਬ ਜੇ ਸਮਰੱਥ ਹੋਣ ਤੇ ਫਿਰ ਚਿੰਤਾ ਦੂਰ ਕਰਨ ਦੀ। ਹਾਂਜੀ, ਤੇ ਗੁਰੂ ਜੀ ਨੇ ਚਿੰਤਾ ਦੂਰ ਵੀ ਕਰਨੀ ਹੈ। ਸਿੱਖ ਨੂੰ ਚਿੰਤਾ ਲੱਗੀ ਹੈ ਜੀ। ਹਾਂਜੀ, ਤੇ ਚਿੰਤਾ ਵੇਖੋ ਕਿੰਨੀ ਮਹਾਨ ਲੱਗੀ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਵੀ ਮੇਰੀ ਧੀ ਦਾ ਰਿਸ਼ਤਾ ਗੈਰ ਸਿੱਖ ਪਰਿਵਾਰ ਨਾਲ ਹੋ ਗਿਆ ਜੀ। ਉਸ ਘਰ ਵਿੱਚ ਮੇਰੀ ਧੀ ਦਾ ਰਿਸ਼ਤਾ ਹੋ ਗਿਆ ਜਿਸ ਘਰ ਪਰਿਵਾਰ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਿੱਖੀ ਨਹੀਂ ਹੈ ਕੀਤੀ। ਗੁਰਮੁਖੋ, ਇਹ ਗੱਲਾਂ ਠੀਕ ਹੈ, ਆਪਾਂ ਬੜੀ ਵਾਰ ਸੁਣ ਲੈਂਦੇ ਹਾਂ, ਬੋਲ ਵੀ ਲੈਂਦੇ ਹਾਂ, ਪਰ ਵਿਰਲੇ ਭਾਗਾਂ ਵਾਲੇ ਜਿਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਲੱਗਦੀ ਜੀ। ਹਾਂਜੀ, ਰਿਸ਼ਤਾ ਵੇਖਣਾ, ਸਿੱਖ ਦੀ ਚਿੰਤਾ ਵੇਖੋ ਕਿੱਡੀ ਵੱਡੀ ਹੈਗੀ ਜੀ। ਔਰ ਨਿਰਾਲੀ ਚਿੰਤਾ ਹੈਗੀ ਹੈ ਵੀ ਜਿਸ ਘਰ ਵਿੱਚ ਰਿਸ਼ਤਾ ਜੋੜਿਆ ਉਸ ਘਰ ਵਿੱਚ ਗੁਰੂ ਨਾਨਕ ਸਾਹਿਬ ਦੀ ਸਿੱਖੀ ਨਹੀਂ ਹੈਗੀ। ਪਤਾ ਨਹੀਂ ਜਦੋਂ ਮੇਰੀ ਧੀ ਉੱਥੇ ਜਾਏਗੀ, ਮੇਰੀ ਧੀ ਨੂੰ ਕਿਸੇ ਨੇ ਬਾਣੀ ਪੜ੍ਹਨ ਦੇਣੀ ਹੈ ਕਿ ਨਹੀਂ ਪੜ੍ਹਨ ਦੇਣੀ। ਹੁਣ ਇਸ ਗੱਲ ਦੀ ਚਿੰਤਾ ਲੱਗ ਗਈ। ਤੇ ਸੁਣੋ,
ਇੱਕ ਵਾਰੀ ਗੱਜ ਕੇ ਆਖੋ ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਕਿੱਡੇ ਵੱਡੇ ਸਮਰੱਥ ਨੇ। ਗੁਰੂ ਜੀ ਨੇ ਸਿੱਖ ਦੀ ਚਿੰਤਾ ਦੂਰ ਕਰਨ ਵਾਸਤੇ ਗਾਂ ਸਹੁਰੇ ਪਰਿਵਾਰ ਦੀ ਵੀ ਜੀਵਨ ਲੀਲਾ ਹੀ ਬਦਲ ਦੇਣੀ ਜੀ ਸਾਰੀ ਜੀ। ਹਾਂਜੀ, ਉਹਨਾਂ ਦੇ ਸਹੁਰੇ ਪਰਿਵਾਰ ਦਾ ਹੀ ਜੀਵਨ ਬਦਲ ਦੇਣਾ ਜੀ ਸਾਰਾ। ਕਿਉਂ? ਗੁਰੂ ਕਾ ਸਿੱਖ ਚਿੰਤਤ ਹੋਵੇ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਚਿੰਤਾ ਤਤਕਾਲ ਹੀ ਦੂਰ ਕਰਦੇ ਜੀ, ਤਤਕਾਲ ਹੀ ਜੀ। ਹਾਂਜੀ, ਬੰਦਾ ਡੋਲ ਜਾਂਦਾ ਜੀ, ਕਈ ਪ੍ਰਕਾਰ ਨਾਲ ਮਨ ਵਿੱਚ ਅਫਸੋਸ ਵੀ ਲੈ ਆਉਂਦਾ ਜੀ। ਪਰ ਗੁਰਮੁਖੋ ਜਿਹੜਾ ਭਰੋਸਾ ਹੈ ਨਾ ਜੀ, ਭਰੋਸਾ ਇਹ ਬੜੀ ਵੱਡੀ ਦਾਤ ਹੈ ਜੀ। ਜ਼ਿੰਦਗੀ ਵਿੱਚ ਪੂਰਾ ਪੂਰਾ ਸਤਿਗੁਰੂ ਜੀ ਉੱਤੇ ਭਰੋਸਾ ਰੱਖੀਏ ਤੇ ਗੁਰੂ ਜੀ ਸਾਰੇ ਕਾਰਜ ਰਾਸ ਕਰ ਦਿੰਦੇ ਜੀ, ਸਾਰੇ ਕਾਰਜ ਰਾਸ ਕਰ ਦਿੰਦੇ ਨੇ। ਹੁਣ ਚਿੰਤਾ ਲੱਗ ਗਈ ਇਹ ਵੀ ਕੀ ਹੋਏਗਾ, ਤੇ ਉਸ ਸਮੇਂ ਨਾ ਜੀ ਇਹ ਵੀ ਥੋੜਾ ਜਿਹਾ ਧਿਆਨ ਦੇਣ ਦੀ ਗੱਲ ਹੈ। ਉਸ ਸਮੇਂ ਜਿਸ ਘਰ ਪਰਿਵਾਰ ਵਿੱਚ ਰਿਸ਼ਤਾ ਤੈਅ ਕਰ ਦਿੱਤਾ ਜਾਂਦਾ ਸੀ ਉਥੋਂ ਤੋੜਿਆ ਨਹੀਂ ਸੀ ਜਾਂਦਾ ਜੀ। ਤੇ ਜਿਹਦਾ ਰਿਸ਼ਤਾ ਟੁੱਟ ਗਿਆ, ਮਾਨੋ ਧੀ ਵਾਲੇ ਰਿਸ਼ਤੇ ਤੇ ਇਨਕਾਰੀ ਹੋ ਜਾਂਦੇ ਵੀ ਅਸੀਂ ਨਹੀਂ ਰਿਸ਼ਤਾ ਕਰਨਾ, ਤੇ ਮੁੜ ਉਸ ਧੀ ਨੂੰ ਰਿਸ਼ਤਾ ਨਹੀਂ ਸੀ ਆਉਂਦਾ ਹੁੰਦਾ ਜੀ। ਉਹਦਾ ਕਿਸੇ ਹੋਰ ਨਾਲ ਸਾਕ ਨਹੀਂ ਸੀ ਜੁੜਦਾ ਹੁੰਦਾ। ਹੁਣ ਗੁਰੂ ਕੇ ਸਿੱਖ ਨੇ ਭਾਈ ਆਕਲ ਜੀ ਮਨ ਵਿੱਚ ਇਹ ਚਿੰਤਾ ਲੱਗੀ ਵੀ ਰਿਸ਼ਤਾ ਗਲਤ ਥਾਂ ਤੇ ਹੋ ਗਿਆ। ਉਸ ਘਰ ਵਿੱਚ ਹੋ ਗਿਆ ਜਿਸ ਘਰ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਨਹੀਂ ਪੜ੍ਹੀ ਜਾਂਦੀ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬੜੀ ਵੱਡੀ ਗੱਲ ਚ ਗੁਰਮੁਖੋ, ਜਿਸ ਘਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹੀ ਜਾਂਦੀ ਹੈ ਨਾ ਜੀ, ਬਸ ਉਹ ਘਰ ਸੱਚਖੰਡ ਹੈ ਜੀ, ਉਹ ਘਰ ਉੱਤਮ ਹੈ। ਉਸ ਘਰ ਵਿੱਚ ਕਿਸੇ ਵੀ ਪ੍ਰਕਾਰ ਦੀ ਚਿੰਤਾ, ਭੋਰਾ ਵੀ ਫਿਕਰ ਫਾਕਾ ਨਹੀਂ ਹੈਗਾ ਜੀ। ਹਾਂਜੀ, ਉਸ ਘਰ ਰਿਸ਼ਤਾ ਜੁੜ ਗਿਆ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨਹੀਂ ਪੜ੍ਹੀ ਜਾਂਦੀ। ਬਹੁਤ ਚਿੰਤਤ ਨੇ। ਹੁਣ ਗੁਰੂ ਸਾਹਿਬ ਕੀ ਲੀਲਾ ਵਰਤਾਉਂਦੇ ਜੀ, ਇਹ ਆਪਾਂ ਨੇ ਪ੍ਰਸੰਗ ਸਰਵਣ ਕਰਨਾ। ਸਾਰੀ ਸੰਗਤ ਬੜੇ ਪ੍ਰੇਮ ਦੇ ਨਾਲ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਗੁਰੂ ਹਰਗੋਬਿੰਦ ਸਾਹਿਬ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਛਤਾਇਓ ਬਸ ਚੱਲਿਓ ਨਾ ਫੇਰ। ਤੇ ਸਾਧ ਸੰਗਤ ਜੀ ਜਦੋਂ ਉਸਨੇ ਆਪ ਬੰਦੇ ਨੇ ਦੱਸ ਦਿੱਤਾ ਨਾ ਵੀ ਉਸ ਘਰ ਰਿਸ਼ਤਾ ਜੋੜਿਆ, ਘਰ ਤੇ ਬੜਾ ਵਧੀਆ ਪਰ ਉਥੇ ਸਿੱਖੀ ਨਹੀਂ ਹੈਗੀ। ਹੁਣ ਵੇਖ ਲੋ ਵਧੀਆ ਘਰ ਨੂੰ ਕੀ ਕਰਨਾ। ਅੱਜ ਕੇ ਆਖੋ ਵਾਹਿਗੁਰੂ। ਸਿੱਖ ਉਹਦੀ ਸੋਚਣੀ ਵੇਖੋ ਗੁਰੂ ਕੇ ਸਿੱਖ ਦੀ ਜੀ। ਵਧੀਆ ਘਰ ਸੁਣ ਕੇ ਕੋਈ ਖੁਸ਼ੀ ਨਹੀਂ ਹੋਈ ਜੀ, ਬਲਕਿ ਦੁੱਖ ਇਸ ਗੱਲ ਦਾ ਹੋ ਗਿਆ ਵੀ ਉਸ ਘਰ 'ਚ ਸਿੱਖੀ ਨਹੀਂ ਹੈਗੀ ਜੀ। ਹੁਣ ਘਰ ਵਧੀਆ ਕੀ ਕਰਨਾ ਜੀ, ਵਧੀਆ ਤੇ ਸਿੱਖੀ ਹੈਗੀ ਜੀ। ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਸੀ ਨਾ, ਜਿਸ ਘਰ ਵਿੱਚ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੋਏਗੀ ਸਾਡੀ ਧੀ ਕਦੀ ਵੀ ਭੁੱਖੀ ਨਹੀਂ ਰਹਿ ਸਕਦੀ ਉੱਥੇ ਦੀ। ਗੁਰੂ ਛੇਵੇਂ ਪਾਤਸ਼ਾਹ ਜੀ ਦਾ ਬਚਨ ਸੀ। ਹਾਂਜੀ, ਭਾਈ ਆਕਲ ਜੀ ਨੂੰ ਚਿੰਤਾ ਲੱਗ ਗਈ ਜੀ, ਬੜੇ ਪਛਤਾਉਣ ਵੀ ਉਹ ਕਿਹੜੀ ਘੜੀ ਸੀ ਜਦੋਂ ਮੈਂ ਇਹਨੂੰ ਕਹਿਤਾ ਵੀ ਤੂੰ ਰਿਸ਼ਤਾ ਲੱਭ ਕੇ ਲੈ ਕੇ ਆ। ਹਾਂਜੀ, ਬੀਤੇ ਕਿਤਕ ਬਰਖ ਪੁਨ ਹੇਰ। ਤੇ ਗੁਰਮੁਖੋ ਕਈ ਮਹੀਨੇ ਬਰਖ ਵਾਹਿਗੁਰੂ ਸਾਲ ਬਤੀਤ ਹੋ ਗਏ ਜੀ, ਤੇ ਕਰਦਿਆਂ ਕਰਦਿਆਂ ਵਿਆਹ ਦੇ ਦਿਨ ਨੇੜੇ ਆ ਗਏ ਜੀ। ਹਾਂਜੀ, ਗੁਰ ਕੋ ਰਹਿਓ ਆਰਾਧਿਤ ਸਦਾ। ਤੇ ਗੁਰਮੁਖੋ ਭਾਈ ਆਕੁਲ ਜੀ ਨੂੰ ਇੱਕੋ ਹੀ ਚਿੰਤਾ ਲੱਗੀ ਪਈ ਵੀ ਮੇਰੇ ਨਾਲ ਬਣ ਕੀ ਗਿਆ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਜਿਨ੍ਹਾਂ ਨੂੰ ਪਿਆਰ ਹੈ ਜੀ ਇਸ ਮਾਰਗ ਤੇ, ਜਿਨ੍ਹਾਂ ਨੂੰ ਗੁਰੂ ਕੀ ਸਿੱਖੀ ਨਾਲ ਪਿਆਰ ਹੈ, ਚਿੰਤਾ ਵੀ ਉਹਨਾਂ ਨੇ ਕਰਨੀ ਜੀ। ਸਦਾ ਹੀ ਆਰਾਧਦੇ ਰਹਿਣਾ। ਹੇ ਛੇਵੇਂ ਪਾਤਸ਼ਾਹ ਕਰੋ ਕਿਰਪਾ, ਸਾਡੇ ਨਾਲ ਕੀ ਬਣ ਗਿਆ। ਹਾਂਜੀ, ਕਰੋ ਸੰਬੰਧੀ ਸਿੱਖ ਜਤ ਕਦਾ। ਤੇ ਹੁਣ ਅੱਗੇ ਸੁਣੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਕਰੋ ਸੰਬੰਧੀ ਸਿੱਖ ਜਤ ਕਦਾ। ਹੇ ਸੱਚੇ ਪਾਤਸ਼ਾਹ ਕੋਈ ਇਹੋ ਜੀ ਲੀਲਾ ਵਰਤਾਓ ਜਿਸ ਘਰ ਮੇਰੀ ਧੀ ਦਾ ਰਿਸ਼ਤਾ ਹੋਇਆ ਉਹ ਸਿੱਖ ਬਣ ਜਾਣ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਉਹ ਰਸਤਾ ਛੱਡ ਦੇਣ ਜੀ, ਉਹ ਰਸਤਾ ਛੱਡ ਦੇਣ, ਉਹ ਤੁਹਾਡੇ ਸਿੱਖ ਬਣ ਜਾਣ। ਹੇ ਗੁਰੂ ਹਰਗੋਬਿੰਦ ਸਾਹਿਬ ਕੋਈ ਇਹੋ ਜੀ ਕਲਾ ਵਰਤਾ ਦਿਓ, ਇਹੋ ਜੀ ਬਖਸ਼ਿਸ਼ ਕਰ ਦਿਓ,
ਐਸੀ ਮਿਹਰ ਕਰ ਦਿਓ। ਹਾਂਜੀ ਇਮ ਆਕੁਲ ਚਿੰਤਾ ਬਸ ਹੋਵਾ। ਵੇਖ ਲਓ ਬਸ ਚਿੰਤਾ ਹੀ ਲੱਗੀ ਜੀ, ਜਿੰਨਾ ਚਿਰ ਵਿਆਹ ਨਹੀਂ ਹੋਇਆ ਚਿੰਤਾ ਹੀ ਲੱਗੀ ਰਹੀ ਸੀ। ਕੀ ਬਣੇਗਾ ਹੁਣ? ਜੇ ਮੈਂ ਰਿਸ਼ਤੇ ਤੋਂ ਨਾ ਕਰ ਦੇਣਾ ਫਿਰ ਮੈਨੂੰ ਬੜਾ ਵੱਡਾ ਨੁਕਸਾਨ, ਮੇਰੀ ਧੀ ਨੂੰ ਬੜਾ ਵੱਡਾ ਨੁਕਸਾਨ ਹੋ ਜਾਣਾ। ਹਾਂਜੀ ਸਮੈ ਸੋ ਵਿਆਹ ਕਰਨ ਕੋ ਜੋਵਾ। ਤੇ ਗੁਰਮੁਖੋ ਚਿੰਤਾ ਲੱਗੀ ਰਹੀ ਜੀ। ਤੇ ਕਰਦਿਆਂ ਐਸਾ ਸਮਾਂ ਆ ਗਿਆ, ਵਿਆਹ ਦੀਆਂ ਤਰੀਕਾਂ ਨੇੜੇ ਆ ਗਈਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਬਸ ਤੁਸੀਂ ਸੁਣੀ ਜਾਓ ਗੁਰੂ ਸਾਹਿਬ ਆਪਣੀ ਲੀਲਾ ਕਿਵੇਂ ਵਰਤਾਉਂਦੇ। ਜਹਾਂ ਚਾਹ ਵਹਾਂ ਰਾਹ, ਜਿੱਥੇ ਚਾਹ ਹੋਵੇ ਉੱਥੇ ਰਾਹ ਕੋਈ ਨਾ ਕੋਈ ਨਿਕਲ ਹੀ ਆਉਂਦਾ ਜੀ। ਤੇ ਰਸਤਾ ਵੀ ਗੁਰੂ ਦੇ ਭਰੋਸੇ ਵਾਲਾ ਹੋਵੇ ਜੀ ਤੇ ਫਿਰ ਤੇ ਰਾਹ ਇੱਕ ਨਹੀਂ ਕਈ ਰਾਹ ਨਿਕਲ ਜਾਂਦੇ ਜੀ। ਹਾਂਜੀ ਕਰਦਿਆਂ ਵਿਆਹ ਦੀ ਤਰੀਕ ਨੇੜੇ ਆ ਗਈ ਜੀ। ਹਾਂਜੀ ਲਿਖ ਕਰ ਪਾਤੀ ਦਈ ਪਠਾਏ। ਹਾਂਜੀ ਪਿਖ ਸਾਦੇ ਆਨੰਦ ਉਪਜਾਏ। ਤੇ ਚਿੱਠੀ ਲਿਖ ਕੇ ਕੱਲ ਦਿੱਤੀ ਜੀ, ਚਿੱਠੀ ਲਿਖ ਕੇ ਕੱਲ ਦਿੱਤੀ। ਕਿਉਂ? ਸਾਏ ਚਿੱਠੀ ਘੱਲਣੀ ਸੀ। ਹੁਣ ਕਰ ਕੀ ਕਰ ਸਕਦੇ, ਤੋੜ ਸਕਦੇ ਨਹੀਂ ਰਿਸ਼ਤਾ ਜੀ। ਹਾਂਜੀ ਆਖੀਰ ਤੇ ਸਾਏ ਚਿੱਠੀ ਲਿਖ ਕੇ ਕਲਾ ਦਿੱਤੀ ਜੀ, ਫਲਾਣੀ ਤਰੀਕ ਨੂੰ ਬਰਾਤ ਲੈ ਕੇ ਆ ਜਿਓ। ਹਾਂਜੀ ਸੇਵਕ ਸਰਵਰ ਕੋ ਨਿਤ ਸੋਈ। ਹਾਂਜੀ ਸਦਨ ਮੁਕਾਮ ਕਰਿਓ ਰਤ ਹੋਈ। ਤੇ ਗੱਜ ਕੇ ਆਖੋ ਵਾਹਿਗੁਰੂ। ਜਦੋਂ ਬਰਾਤ ਆ ਗਈ ਨਾ ਘਰ ਵਿੱਚ ਜੀ, ਉਦੋਂ ਪਤਾ ਲੱਗਾ। ਪਹਿਲਾਂ ਤੇ ਇਹੋ ਹੀ ਪਤਾ ਸੀ ਵੀ ਉਸ ਘਰ ਵਿੱਚ ਸਿੱਖੀ ਨਹੀਂ ਹੈਗੀ ਜੀ। ਹਾਂਜੀ ਹੁਣ ਪਤਾ ਲੱਗਾ ਵੀ ਆ ਜਿੱਥੇ ਰਿਸ਼ਤਾ ਕਰਕੇ ਆਏ ਉਹ ਤੇ ਸਰਵਰੀਏ ਨੇ ਜੀ, ਉਹ ਤੇ ਮੜੀਆਂ ਮਸਾਣਾ ਨੂੰ ਮੰਨਣ ਵਾਲੇ ਨੇ, ਉਹ ਤੇ ਦੀਵੇ ਜਗਾਉਣ ਵਾਲੇ। ਬੜੀ ਵੱਡੀ ਚਿੰਤਾ ਲੱਗ ਗਈ ਜੀ। ਤੇ ਗੁਰਮੁਖੋ ਇਸ ਬੰਧਨ ਤੋਂ ਗੁਰੂ ਹੀ ਛਡਾਲੇ ਤੇ ਛਡਾਲੇ ਜੀ। ਜਿਹੜੇ ਇਹਨਾਂ ਕੰਮਾਂ 'ਚ ਪੈ ਜਾਂਦੇ ਨਾ ਜੀ, ਸਾਰੀ ਉਮਰ ਉਹਨਾਂ ਦੀ ਬਰਬਾਦ ਹੋ ਜਾਂਦੀ ਇਹਨਾਂ ਕੰਮਾਂ 'ਚ ਜੀ। ਸਫਲੀ ਥੋੜੀ ਹੋਣੀ ਹੈ ਜੀ, ਬਰਬਾਦ ਹੋ ਜਾਂਦੀ ਹੈ ਜੀ। ਤੇ ਗੁਰੂ ਕਿਰਪਾ ਕਰਕੇ ਸੱਚੇ ਪਾਤਸ਼ਾਹ ਹੀ ਬਚਾ ਲੈਣ ਤੇ ਬਚਾ ਲੈਣ ਜੀ। ਭਾਈ ਆਕੁਲ ਜੀ ਨੇ ਵੇਖਿਆ ਵੀ ਜਿਸ ਪਰਿਵਾਰ ਵਿੱਚ ਮੇਰੀ ਧੀ ਨੇ ਜਾਣਾ ਵਿਆਹ ਕੇ, ਉਹ ਤੇ ਗਾਂ ਸਰਵਰੀਏ ਨੇ ਸਾਰੇ। ਹਾਂਜੀ ਸਾਧੂ ਸੁਤ ਕੋ ਮਾਥ ਟਿਕਾਵਾ। ਹਾਂਜੀ ਕਰਿਓ ਰੋਟ ਸਭ ਰੀਤ ਮਨਾਵਾ। ਤੇ ਗੱਜ ਕੇ ਆਖੋ ਵਾਹਿਗੁਰੂ। ਪਤਾ ਲੱਗਾ ਵੀ ਇਹ ਤੇ ਰੋਟ ਵੀ ਚੜਾਉਂਦੇ ਨੇ, ਇਹ ਤੇ ਮੜੀ ਤੇ ਜਾ ਕੇ ਮੱਥਾ ਵੀ ਟੇਕਦੇ ਨੇ। ਹੈ ਇਹ ਤੇ ਸਾਰੀਆਂ ਉਹਨਾਂ ਦੀਆਂ ਰੀਤਾਂ ਕਰਦੇ ਜਿਹੜੀ ਉਹਨਾਂ ਦੀ ਰੀਤ ਹੈ ਜੀ। ਹਾਂਜੀ ਵੱਡੇ ਗ੍ਰਹਿ ਬਿਆਹਨ ਪੁੰਨ ਗਇਓ। ਹਾਂਜੀ ਜਾਏ ਟੁਕਾਓ ਭਲੀ ਬਿਦ ਕੀਓ। ਤੇ ਕਰਦਿਆਂ ਬਰਾਤ ਦਾ ਟਿਕਾ ਹੋ ਗਿਆ ਜੀ ਵੱਡੇ ਪਿੰਡ ਵਿੱਚ। ਹੁਣ ਇੱਕ ਤੇ ਧੀ ਦੇ ਵਿਆਹ ਤੇ ਬਾਪ ਨੂੰ ਵੈਸੇ ਕੋਈ ਜ਼ਿਆਦਾ ਖੁਸ਼ੀ ਨਹੀਂ ਹੁੰਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਘਰ ਦਾ ਜੀ ਜਾਣਾ ਹੁੰਦਾ ਜੀ ਇੱਕ ਦੂਜੇ ਘਰ ਵਿੱਚ। ਇੱਕ ਤੇ ਵੈਸੇ ਕੋਈ ਬਹੁਤੀ ਖੁਸ਼ੀ ਨਹੀਂ। ਇੱਕ ਧੀ ਉਸ ਘਰ ਵਿੱਚ ਚੱਲੀ ਜਿੱਥੇ ਗੁਰੂ ਕੀ ਸਿੱਖੀ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਜੀ। ਧੀ ਘਰ ਵੀ ਉਸ ਜਾ ਰਹੀ ਹੈ। ਹਾਂਜੀ ਆਕੁਲ ਸਾਦੇ ਮਿਲਨੀ ਰੀਤ। ਤੇ ਬੜੇ ਦੁਖੀ ਮਨ ਦੇ ਨਾਲ ਜੀ ਉਹਨਾਂ ਨੇ ਸਾਧੇ ਨਾਲ ਕੀਤੀ ਜੀ, ਮਿਲਣੀ ਕੀਤੀ ਜੀ। ਹੁਣ ਧਿਆਨ ਨਾਲ ਸੁਣਿਓ। ਬਾਪ ਦਾ ਨਾਮ ਸੀ ਸਾਧਾ ਤੇ ਪੁੱਤਰ ਦਾ ਨਾਮ ਸੀ ਸਾਧੂ, ਜੋ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ ਜੀ ਗੱਲ। ਹਾਂਜੀ ਤੇ ਬੜੀ ਦੁਖੀ ਹੋ ਕੇ ਮਿਲਣੀ ਕੀਤੀ ਵੀ ਹੁਣ ਕਰੇ ਕੀ, ਵਸ ਨਹੀਂ ਚੱਲਦਾ ਜੀ। ਕਈ ਵਾਰੀ ਜ਼ਿੰਦਗੀ ਵਿੱਚ ਐਸਾ ਸਮਾਂ ਬਣ ਜਾਂਦਾ ਜੀ, ਬੰਦਾ ਚੰਗਾ ਕੰਮ ਕਰਨਾ ਤੇ ਚਾਹੁੰਦਾ ਪਰ ਸਮਾਂ ਨਹੀਂ ਉਹਨੂੰ ਕਰਨ ਦਿੰਦਾ ਜੀ। ਅੱਜ ਕੇ ਆਖੋ ਵਾਹਿਗੁਰੂ। ਐਸਾ ਸਮਾਂ ਬਣ ਜਾਂਦਾ ਜੀ, ਬੰਦਾ ਜਾਣਾ ਤੇ ਚਾਹੁੰਦਾ ਚੰਗੇ ਰਸਤੇ ਤੇ ਜੀ, ਚਾਹੁੰਦਾ ਤੇ ਹੈ ਵੀ ਮੈਂ ਇਹ ਕੰਮ ਕਰਾਂ, ਪਰ ਸਮੇਂ ਦਾ ਚੱਕਰ ਕਹਿ ਲਈਏ ਜੀ, ਕਾਲ ਚੱਕਰ ਕਹਿ ਲਈਏ ਜੀ, ਉਹਨੂੰ ਉਸ ਪਾਸੇ ਆਉਣ ਨਹੀਂ ਦਿੰਦਾ ਜੀ। ਪਰ ਬੰਦਾ ਭਰੋਸਾ ਰੱਖੇ ਗੁਰੂ ਸਾਹਿਬ ਤੇ ਗੁਰੂ ਸਾਹਿਬ ਰਸਤੇ ਵੀ ਸਾਰੇ ਕੱਢ ਦਿੰਦੇ ਜੀ। ਅੱਜ ਕੇ ਆਖੋ ਵਾਹਿਗੁਰੂ। ਰਸਤੇ ਵੀ ਗੁਰੂ ਸਾਹਿਬ ਕੱਢ ਦਿੰਦੇ। ਬੰਦਾ ਆਪੇ ਨਾ ਰਸਤਾ ਕੱਢਣ ਦਾ ਯਤਨ ਕਰੇ ਜੀ, ਆਪੇ ਕਰੇਗਾ ਤੇ ਹੋਰ ਫਸਦਾ ਜਾਏਗਾ ਜੀ। ਤੇ ਜੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਲੇਗਾ ਫਿਰ ਕਿਰਪਾ ਹੋ ਜਾਏਗੀ ਜੀ, ਫਿਰ ਕਿਰਪਾ ਜ਼ਰੂਰ ਹੋਏਗੀ। ਹੁਣ ਉਦਾਸ ਮਨ ਦੇ ਨਾਲ ਉਹਨੇ ਆਪਣੇ ਕੁੜਮ ਨਾਲ ਮਿਲਣੀ ਕੀਤੀ ਜੀ। ਹਾਂਜੀ ਜਥਾ ਸ਼ਕਤ ਦੇ ਕੀਰਤ ਲੀਨ। ਤੇ ਜੋ ਵੀ ਪਦਾਰਥ ਛਕਾ ਸਕਦਾ ਸੀ ਕਰ ਸਕਦਾ, ਹੁਣ ਚਾਅ ਹੀ ਸਾਰਾ ਮਰ ਗਿਆ। ਜਦੋਂ ਪਤਾ ਲੱਗਾ ਵੀ ਸਿੱਖੀ ਹੈ ਹੀ ਨਹੀਂ ਉਸ ਪਰਿਵਾਰ ਵਿੱਚ, ਸਾਰਾ ਚਾਅ ਹੀ ਮਰ ਗਿਆ ਜੀ ਅੰਦਰ ਦਾ। ਹਾਂਜੀ ਸਾਧੂ ਕੋ ਦੀਨੇ ਤਬ ਫੇਰੇ। ਤੇ ਜੋ ਉਹਨਾਂ ਦੀ ਰੀਤ ਸੀ ਉਸ ਸਮੇਂ ਉਹ ਸਾਰੇ ਫੇਰੇ ਕਰ ਦਿੱਤੇ ਗਏ।
ਵਿਆਹ ਵਾਲਾ ਸਾਰਾ ਕੰਮ ਹੋ ਗਿਆ ਜੀ। ਹਾਂਜੀ ਜਥਾ ਜੋਗ ਕਰ ਰੀਤ ਭਲੇਰੇ, ਹਾਂਜੀ ਖਾਨ ਪਾਨ ਦੇ ਕਰ ਸਨਮਾਨੇ, ਹਾਂਜੀ 3 ਦਿਵਸ ਰਾਖੇ ਸੁਖ ਠਾਨੇ। ਖਾਣ ਪੀਣ ਹੋਇਆ, 3 ਦਿਨ ਬਰਾਤ ਵੱਡੇ ਪਿੰਡ ਵਿੱਚ ਰਹੀ ਜੀ। ਹਾਂਜੀ ਤੇ 3 ਦਿਨ ਭਾਈ ਆਕੁਲ ਜੀ ਤੇ ਬਾਣੀ ਪੜਨ ਵਾਲੇ ਸੀਗੇ ਜੀ, ਉਹ ਆਪਣੇ ਪੀਰਾਂ ਨੂੰ ਮਨਾਉਂਦੇ ਰਹੇ ਜੀ। ਹਾਂਜੀ ਉਹ ਆਪਣੇ ਕੰਮ ਕਰਦੇ ਰਹੇ, ਰੋਟ ਰਾਟ ਜੋ ਵੀ ਉਹਨਾਂ ਕਰਨਾ ਸੀਗਾ ਜੀ। ਭਾਈ ਆਕੁਲ ਜੀ ਦੁਖੀ ਬਹੁਤ ਹੋਣ ਤੇ ਕੋਸਣ ਆਪਣੇ ਆਪ ਨੂੰ, ਉਹ ਕਿਹੜਾ ਵੇਲਾ ਸੀ ਜਦੋਂ ਮੈਂ ਉਹਨੂੰ ਆਖਿਆ ਵੀ ਰਿਸ਼ਤਾ ਜੋੜ ਕੇ ਆ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਅੱਜ ਵਰਗਾ ਨਹੀਂ ਸੀ ਨਾ ਜੀ ਸਮਾਂ ਜੀ, ਬਸ ਉਦੋਂ ਵੇਖ ਲਓ ਕਿੰਨੀਆਂ ਮਜਬੂਰੀਆਂ ਹੁੰਦੀਆਂ ਸਨ ਜੀ। ਬਹੁਤ ਸਾਰੇ ਵਿਆਹ ਹੁਣ ਵੀ ਸਾਨੂੰ ਦੱਸਦੇ ਇਹੋ ਜਿਹੇ ਹੋਏ ਸਨ। ਕਈ ਗੁਰਮੁਖ ਕਹਿੰਦੇ ਵੀ ਅਸੀਂ ਵੇਖੀ ਤੱਕ ਨਹੀਂ ਸੀ ਸਿੰਘਣੀ ਜਿਹਦੇ ਨਾਲ ਸਾਡੀ ਸ਼ਾਦੀ ਹੋਣੀ ਹੁੰਦੀ ਸੀਗੀ ਜੀ, ਤੇ ਨਾ ਹੀ ਉਹ ਇਸਤਰੀ ਹਾਂਜੀ ਪੁਰਸ਼ ਨੂੰ ਕਦੀ ਵੇਖਦੀ ਹੁੰਦੀ, ਕੋਈ ਪਤਾ ਹੀ ਨਹੀਂ ਹੁੰਦਾ ਜੀ। ਤੇ ਬਾਣੀ ਪੜਨ ਵਾਲੀ ਧੀ ਹੈ ਭਾਈ ਸਾਧੂ ਜੀ ਦੀ, ਵਾਹਿਗੁਰੂ ਭਾਈ ਆਕੁਲ ਜੀ ਦੀ। ਭਾਈ ਆਕੁਲ ਜੀ ਦੀ ਧੀ ਨੂੰ ਵੀ ਨਹੀਂ ਪਤਾ ਵੀ ਜਿਸ ਘਰ ਵਿੱਚ ਮੈਂ ਜਾਣਾ ਉੱਥੇ ਮੈਨੂੰ ਬਾਣੀ ਨਹੀਂ ਪੜਨ ਦੇਣੀ ਉਹਨਾਂ ਨੇ। ਜਿਸ ਘਰ ਵਿੱਚ ਮੈਂ ਵਿਆਹ ਕੇ ਜਾਣਾ ਉਸ ਘਰ ਵਿੱਚ ਮੈਨੂੰ ਬਾਣੀ ਨਹੀਂ ਪੜਨ ਦਿਆ ਕਰਨੀ, ਮੈਨੂੰ ਅੰਮ੍ਰਿਤ ਵੇਲੇ ਉੱਠਣ ਨਹੀਂ ਦੇਣਾ। ਅਜੇ ਕਿਸੇ ਵੀ ਗੱਲ ਦਾ ਧੀ ਨੂੰ ਵੀ ਨਹੀਂ ਪਤਾ ਹੈਗਾ। ਹਾਂਜੀ ਪੁੰਨ ਆਕੁਲ ਨੇ ਭਲੇ ਪਛਾਨੇ, ਹਾਂਜੀ ਇਹ ਸਰਵਰ ਕੀ ਸੇਵਾ ਠਾਨੇ। ਹਾਂਜੀ ਲੋਕ ਜਾਤ ਕੋ ਪਿਖ ਸਮੁਦਾਏ, ਪਰ ਹੁਣ ਕਰੇ ਕੀ, ਪਤਾ ਤੇ ਲੱਗ ਗਿਆ ਜੀ ਵੀ ਇਹ ਸਰਵਰੀਏ ਨੇ, ਪਰ ਲੋਕ ਬੜੇ ਸਨ ਤੇ ਬਰਾਦਰੀ ਸਾਰਾ ਪਰਿਵਾਰ ਆਸੇ ਪਾਸੇ ਲੋਕ ਇਕੱਠੇ ਹੋਏ ਸੀਗੇ, ਉਹ ਚੁੱਪ ਰਿਹਾ ਜੀ। ਭਾਈ ਆਕੁਲ ਜੀ ਦੁਨੀਆ ਸਾਹਮਣੇ ਚੁੱਪ, ਅੰਦਰੋਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਅਰਦਾਸਾਂ ਜੀ। ਅੱਜ ਕੇ ਆਖੋ ਵਾਹਿਗੁਰੂ। ਇਹ ਵੀ ਪਛਾਣ ਚ ਜੀ, ਗੁਰਮੁਖ ਉੱਤੇ ਕੋਈ ਇਹੋ ਜਿਹਾ ਸਮਾਂ ਆ ਵੀ ਬਣੇ ਤਾਂ ਰੋਲਾ ਨਹੀਂ ਪਾਉਂਦਾ ਜੀ। ਦੁਨੀਆ ਸਾਹਮਣੇ ਚੁੱਪ, ਅੰਦਰੋਂ ਗੁਰੂ ਜੀ ਦੇ ਚਰਨਾਂ 'ਚ ਅਰਦਾਸਾਂ, ਤਰਲੇ, ਬੇਨਤੀਆਂ ਜੀ। ਹਾਂਜੀ ਲੋਕਾਂ ਸਾਹਮਣੇ ਤੇ ਕੁਛ ਨਹੀਂ ਬੋਲ ਰਹੇ ਜੀ, ਅੰਦਰੋਂ ਅਰਦਾਸਾਂ। ਮਹਾਰਾਜ ਇਹ ਕਿੱਥੇ ਆਪਣੀ ਧੀ ਨੂੰ ਘੱਲ ਰਿਹਾ। ਤੇ ਗੁਰਮੁਖੋ ਰਹਿਤਨਾਮਿਆਂ 'ਚ ਇੱਕ ਬੋਲ ਲਿਖਿਆ, ਗੈਰ ਸਿੱਖ ਪਰਿਵਾਰ ਵਿੱਚ ਆਪਣੀ ਧੀ ਦੇਣੀ ਸਮਝੋ ਕਸਾਈ ਨੂੰ ਦੇ ਦਿੱਤੀ ਜੀ। ਇਹ ਰਹਿਤਨਾਮਿਆਂ ਦੇ ਬੋਲ 'ਚ। ਹਾਂਜੀ ਭਾਈ ਆਕੁਲ ਜੀ ਅੰਦਰ ਖਾਤੇ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸਾਂ, ਮਹਾਰਾਜ ਕਰੋ ਕਿਰਪਾ, ਕਰੋ ਦਇਆ ਕੋਈ। ਹਾਂਜੀ ਨਹਿ ਬੋਲਿਓ ਮਨ ਬਹੁ ਪਛਤਾਏ, ਬਾਹਰੋਂ ਕੁਛ ਨਹੀਂ ਬੋਲਣ ਦੇ ਜੀ, ਅੰਦਰੋਂ ਅਰਦਾਸਾਂ ਬੇਨਤੀਆਂ ਹੁੰਦੀਆਂ ਤੇ ਕਿਤੇ ਨਾ ਕਿਤੇ ਉਸ ਸਮੇਂ ਉੱਤੇ ਪਛਤਾਉਣ ਦੇ ਵੀ ਕਿਹੜੇ ਵੇਲੇ ਮੈਂ ਉਹਨੂੰ ਕਿਹਾ ਵੀ ਰਿਸ਼ਤਾ ਜੋੜ ਕੇ ਆ। ਹਾਂਜੀ ਆਪਨ ਸੁਤਾ ਕੋ ਸਕਲ ਬਖਾਨੀ, ਤੇ ਗੱਜ ਕੇ ਆਖੋ ਵਾਹਿਗੁਰੂ। ਹੁਣ ਧੀ ਬਾਣੀ ਪੜਨ ਵਾਲੀ ਸੀ ਤੇ ਭਾਈ ਆਕੁਲ ਜੀ ਧੀ ਦੇ ਕਮਰੇ ਵਿੱਚ ਗਏ ਤੇ ਬੜਾ ਵੱਡਾ ਦਿਲ ਕਰਕੇ ਗੱਲ ਆਖੀ ਸੀਗੇ, ਬੜਾ ਵੱਡਾ ਦਿਲ ਕਰਕੇ ਵੀ ਭਾਈ ਸਾਹਿਬ ਵਾਸਤੇ ਆਪ ਹੀ ਇੱਕ ਸਦਮੇ ਦੀ ਤਰ੍ਹਾਂ ਇਹ ਗੱਲ ਸੀਗੀ ਜੀ। ਹਾਂਜੀ ਹੁਣ ਬੜਾ ਵੱਡਾ ਦਿਲ ਕਰਕੇ ਆਪਣੀ ਧੀ ਨੂੰ ਇਹ ਗੱਲ ਕਹਿਣੀ ਸੀ। ਹਾਂਜੀ ਤੋਵ ਸਸੁਰਾਲ ਅਹੈ ਸੁਲਤਾਨੀ, ਧੀਏ ਮੈਨੂੰ ਮਾਫ ਕਰਦੀ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਹੱਥ ਜੋੜੋ ਤੇ ਗੱਜ ਕੇ ਆਖੋ ਸੰਗਤ ਜੀ ਵਾਹਿਗੁਰੂ ਵਾਹਿਗੁਰੂ। ਧੀਏ ਮੈਨੂੰ ਮਾਫ ਕਰਦੀ, ਮੇਰੇ ਕੋਲੋਂ ਅਣਗਹਿਲੀ ਹੋ ਗਈ, ਮੇਰੇ ਕੋਲੋਂ ਬੇਧਿਆਨੀ ਹੋ ਗਈ, ਧਿਆਨ ਨਹੀਂ ਦਿੱਤਾ ਗਿਆ। ਜਿਸ ਥਾਂ ਤੇਰਾ ਰਿਸ਼ਤਾ ਜੁੜਿਆ ਉਹ ਸੁਲਤਾਨੀ ਨੇ ਕਹਿਣ ਲੱਗੇ, ਸਰਵਰੀਏ ਨੇ। ਹਾਂਜੀ ਤੈ ਨਹਿ ਮਾਨੋ ਕਹਿ ਕਦਾਈ, ਉਹ ਬਾਣੀ ਨਹੀਂ ਪੜ੍ਹਦੇ, ਉਹ ਤੇ ਰੋਟ ਚੜਾਉਂਦੇ ਨੇ, ਉਹ ਤੇ ਆਪਣੀ ਮੱਤ ਅਨੁਸਾਰ ਕੰਮ ਕਰਦੇ। ਪਰ ਧੀਏ ਮੈਂ ਤੇਰਾ ਬਾਪ ਆ, ਤੈਨੂੰ ਹੱਥ ਜੋੜ ਕੇ ਕਹਿ ਰਿਹਾ ਪੁੱਤ ਤੂੰ ਕਦੀ ਨਹੀਂ ਉਹਨਾਂ ਨੂੰ ਮੰਨਣਾ। ਵੇਖ ਲੋ ਭਾਈ ਆਕੁਲ ਜੀ ਕਿੱਡੀ ਸੋਹਣੀ ਸਿੱਖਿਆ ਦੇ ਰਹੇ ਜੀ। ਪਤਾ ਵੀ ਹੈ ਹੋ ਸਕਦਾ ਜੇ ਮੇਰੀ ਧੀ ਨਾ ਮੰਨੇ ਤੇ ਅੱਗੇ ਜਾ ਕੇ ਕੀ ਬਣਨਾ, ਸਹੁਰੇ ਪਰਿਵਾਰ ਵਿੱਚ ਕਿਵੇਂ ਵਸੇਗੀ। ਪਰ ਸਿੱਧੇ ਤੌਰ ਤੇ ਆਖਿਆ ਧੀਏ ਮੈਨੂੰ ਵੀ ਹੁਣ ਪਤਾ ਤਾਂ ਸੀ ਵੀ ਗੈਰ ਸਿੱਖ ਨੇ, ਪਰ ਆਹ ਪਤਾ ਅੱਜ ਲੱਗਾ ਵੀ ਉਹ ਗੈਰ ਸਿੱਖ ਵਾਹਿਗੁਰੂ ਉਹ ਸਰਵਰੀਏ ਨੇ। ਜਦੋਂ ਬਰਾਤ ਆਈ ਜੀ, ਹਾਂਜੀ 2-3 ਦਿਨ ਪਹਿਲਾਂ ਪਤਾ ਲੱਗ ਗਿਆ ਧੀਏ ਤੂੰ ਉਹਨਾਂ ਨੂੰ ਨਹੀਂ ਬੇਟਾ ਮੰਨਣਾ। ਹਾਂਜੀ ਸਤਿਗੁਰ ਕੋ ਮਾਨੋ ਮਨ ਲਾਈ, ਤੇ ਗੱਜ ਕੇ ਆਖੋ ਵਾਹਿਗੁਰੂ। ਉਹ ਜੋ ਮਰਜ਼ੀ ਕਰਨ ਧੀਏ,
ਤੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਆਪਣਾ ਮਨ ਜੋੜ ਕੇ ਰੱਖਣਾ ਹੀ ਕਹਿਣ ਲੱਗੇ। ਕਿੱਡੀ ਵੱਡੀ ਸਿੱਖਿਆ ਦੇ ਰਹੇ ਜੀ। ਬੇਟਾ ਤੁਸੀਂ ਗੁਰੂ ਜੀ ਦੇ ਚਰਨਾਂ ਨਾਲ ਆਪਣਾ ਮਨ ਜੋੜ ਕੇ ਰੱਖਣਾ, ਉਹ ਜੋ ਮਰਜ਼ੀ ਕਰਨ। ਤੇ ਹਾਂਜੀ, ਹੁਣ ਤੇ ਸਿੱਖ ਪਰਿਵਾਰ ਵਿੱਚ ਵੀ ਧੀ ਜਾ ਰਹੀ ਹੋਵੇ ਨਾ, ਤੇ ਵਿਰਲਾ ਹੀ ਬਾਪ ਹੈ ਜਿਹੜਾ ਇਹੋ ਜਿਹੀ ਸਿੱਖਿਆ ਦੇ ਰਿਹਾ ਹੋਵੇ ਜੀ। ਹਾਂਜੀ, ਸਿੱਖ ਪਰਿਵਾਰ ਵਿੱਚ ਵੀ ਧੀ ਜਾ ਰਹੀ ਹੋਵੇ, ਉੱਥੇ ਵੀ ਵਿਰਲਾ ਬਾਪ ਹੀ ਕਹਿੰਦਾ ਵੀ ਧੀਏ ਗੁਰੂ ਦੇ ਚਰਨਾਂ ਨਾਲ ਚਿੱਤ ਜੋੜ ਕੇ ਰੱਖਣਾ। ਹਾਂਜੀ, ਉਹ ਹੋਰ ਹੀ ਨਹੀਂ ਉਹ ਗੱਲਾਂ ਮੁੱਕਦੀਆਂ ਜੀ। ਭਾਈ ਆਕੁਲ ਜੀ ਬੜੇ ਵੈਰਾਗੀ ਭਾਵ ਨਾਲ ਕਹਿ ਰਹੇ ਆਪਣੀ ਧੀ ਨੂੰ, ਮੇਰੇ ਕੋ ਬੇਧਿਆਨੀ ਹੋ ਗਈ, ਮੈਨੂੰ ਮਾਫ ਕਰੀ, ਗਲਤ ਥਾਂ ਰਿਸ਼ਤਾ ਜੁੜ ਗਿਆ, ਪਰ ਤੂੰ ਗੁਰੂ ਜੀ ਦੇ ਚਰਨਾਂ ਤੋਂ ਧਿਆਨ ਨਹੀਂ ਹਟਾਉਣਾ, ਮਹਾਰਾਜ ਨੂੰ ਯਾਦ ਕਰੀ ਜਾਈ। ਹਾਂਜੀ, ਭਾਈ ਦੁਖਦ ਬਹੁ ਆਕੁਲ ਤਨਿਆ। ਗੱਜ ਕੇ ਆਖੋ ਵਾਹਿਗੁਰੂ। ਭਾਈ ਆਕੁਲ ਜੀ ਤੇ ਦੁਖੀ ਸਨ ਜੀ, ਪਰ ਜਦੋਂ ਧੀ ਨੂੰ ਪਤਾ ਲੱਗਾ ਨਾ ਵੀ ਮੇਰਾ ਰਿਸ਼ਤਾ ਉੱਥੇ ਜੁੜ ਗਿਆ, ਗੁਰਮੁਖੋ ਉਹ ਗੁਰਮੁਖ ਧੀ ਵੀ ਬੜੀ ਦੁਖੀ ਹੋਈ ਜੀ। ਹੈ ਆ ਮੇਰੇ ਨਾਲ ਕੀ ਬਣ ਗਿਆ। ਹੁਣ ਤੱਕ ਦੀ ਉਮਰ ਬਾਣੀ ਪੜ੍ਹਦਿਆਂ ਬਤੀਤ ਹੋਈ, ਗੁਰੂ ਘਰ ਦੀਆਂ ਸਿਫਤਾਂ ਕਰਦਿਆਂ ਬਤੀਤ ਹੋਈ। ਹਾਂਜੀ, ਹਿਰਦੈ ਬਿਸੂਰਤ ਸਿਰ ਕੋ ਧੁਨਿਆ। ਤੇ ਗੁਰਮੁਖੋ ਸਿਰ ਮਾਰੇ ਕਈ ਕੁਛ ਕਰੇ ਵੀ ਪਿਤਾ ਜੀ ਕਿੱਥੇ ਰਿਸ਼ਤਾ ਜੋੜਤਾ, ਇਹ ਕੀ ਹੋ ਗਿਆ ਮੇਰੇ ਨਾਲ, ਇਹ ਮੇਰੇ ਨਾਲ ਕੀ ਬਣ ਗਿਆ। ਗੁਰਮੁਖੋ ਧੀ ਦੀ ਬੜੀ ਵੱਡੀ ਜ਼ਿੰਮੇਵਾਰੀ, ਔਰ ਧੀਆਂ ਧਨ ਨੇ। ਪਤਾ ਕਿਉਂ ਜੀ, ਇੱਕਦਮ ਇੱਕ ਪਰਿਵਾਰ ਚੋਂ ਨਿਕਲ ਕੇ ਦੂਜੇ ਪਰਿਵਾਰ ਵਿੱਚ ਉਹਨਾਂ ਸੈੱਟ ਹੋਣਾ ਹੁੰਦਾ ਜੀ ਜਾ ਕੇ ਜੀ। ਹਾਂਜੀ, ਇੱਕਦਮ ਇੱਕ ਪਰਿਵਾਰ ਚੋਂ ਨਿਕਲਣਾ ਤੇ ਦੂਸਰੇ ਪਰਿਵਾਰ ਵਿੱਚ ਜਾ ਕੇ ਸੇਵਾ ਕਰਨੀ ਜੀ। ਪਹਿਲਾਂ ਪੇਕੇ ਘਰ 'ਚ ਕੰਮ ਕਰਨੇ, ਹਾਂਜੀ, ਪ੍ਰਸ਼ਾਦੇ ਪਕਾ ਕਈ ਕੁਛ ਕਰ, ਫਿਰ ਸਹੁਰੇ ਪਰਿਵਾਰ ਵਿੱਚ ਜਾ ਕੇ ਸੇਵਾ ਕਰਨੀ, ਤੇ ਸਹੁਰੇ ਪਰਿਵਾਰ ਦੀ ਮਰਜ਼ਾਦਾ ਨੂੰ ਵੀ ਧਾਰਨ ਕਰਨਾ ਜੀ। ਫਿਰ ਜੀ ਹਾਂਜੀ, ਸਿਆਣੀ ਧੀ ਉਹ ਹੈ ਜਿਹੜੀ ਸਿਆਣੀ ਨਾ ਹੋਵੇ। ਕਹਿਣ ਦਾ ਭਾਵ ਇਹ ਹੈ ਜਿਹੜੀ ਸਹੁਰੇ ਪਰਿਵਾਰ ਵਿੱਚ ਜਾਏ ਤੇ ਬਾਪ ਨੂੰ ਕਦੀ ਲਾਮਾ ਨਾ ਆਵੇ, ਅਸਲ ਵਿੱਚ ਬਾਪੂ ਦੇ ਘਰ ਉਹੀ ਸਿਆਣੀ ਧੀ ਹੁੰਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਸਹੁਰੇ ਪਰਿਵਾਰ ਵਿੱਚ ਜਾਵੇ ਤੇ ਸਹੁਰਾ ਪਰਿਵਾਰ ਕਦੀ ਲਾਮਾ ਨਾ ਲੈ ਕੇ ਆਵੇ, ਬਾਪ ਵਾਸਤੇ ਸਿਆਣੀ ਧੀ ਉਹੀ ਹੈ ਜੀ। ਹਾਂਜੀ, ਜਿਹੜੇ ਆਪ ਵੀ ਇੱਜ਼ਤ ਕਮਾਈ, ਆਪਣੇ ਬਾਪੂ ਦੇ ਸਿਰ ਦੀ ਪੱਗ ਵੀ ਉੱਚੀ ਕੀਤੀ ਜੀ। ਹਾਂਜੀ, ਤੇ ਧੀ ਦਾ ਕੰਮ ਹੈ ਬਹੁਤ ਵੱਡਾ ਜੀ। ਭਾਈ ਸਾਹਿਬ ਦੀ ਧੀ ਗੁਰਮੁਖੋ ਸਿਰ ਮਾਰੇ, ਕਿਉਂ ਇੱਕਦਮ ਪਹਾੜ ਹੀ ਟੁੱਟ ਗਿਆ ਇਸ ਗੱਲ ਦਾ ਵੀ ਹੈ ਜਦੋਂ ਮੈਂ ਸਹੁਰੇ ਘਰ ਵਿੱਚ ਜਾਣਾ ਤੇ ਉਹਨਾਂ ਤੇ ਮੈਨੂੰ ਬਾਣੀ ਨਹੀਂ ਪੜਨ ਦੇਣੀ। ਹਾਂਜੀ, ਨਹਿ ਬਸ ਚੱਲੈ ਸਹਿਓ ਦੁਖ ਉਰਮੈ। ਵਸ ਕੋਈ ਨਹੀਂ ਚੱਲ ਰਿਹਾ, ਵਸ ਨਹੀਂ ਚੱਲ ਰਿਹਾ ਵੀ ਹੁਣ ਕਰਾਂ ਕੀ। ਫੇਰੇ ਹੋ ਗਏ, ਸਭ ਕੁਝ ਹੋ ਗਿਆ, ਥੋੜੇ ਚਿਰ ਤੱਕ ਲੈ ਵੀ ਜਾਣਾ ਮੈਨੂੰ, ਬਸ ਹਿਰਦੇ ਵਿੱਚ ਦੁੱਖ ਸਾਂਭ ਕੇ ਰੱਖ ਲਿਆ। ਗੱਜ ਕੇ ਆਖੋ ਵਾਹਿਗੁਰੂ। ਔਖਾ ਕੰਮ ਹੈ ਇਹਨਾਂ ਧੀਆਂ ਨੂੰ ਨਾ, ਜੀ ਕਰਦਾ ਇਹਨਾਂ ਨੂੰ ਵੀ ਨਮਸਕਾਰ ਕਰਿਆ ਕਰੀਏ। ਬਹੁਤ ਕੁਝ ਹਿਰਦੇ ਵਿੱਚ ਰੱਖ ਕੇ ਬੈਠੀਆਂ ਹੁੰਦੀਆਂ ਜੀ, ਬਹੁਤ ਕੁਝ ਜੀ। ਦੁੱਖ ਹਿਰਦੇ 'ਚ ਰੱਖ ਲਿਆ ਤੇ ਤੁਰ ਪਈ, ਪਰ ਬਾਪੂ ਦੀ ਸਿੱਖਿਆ ਚੇਤੇ ਰੱਖੀ, ਉਹ ਜਿਹਨੂੰ ਮਰਜ਼ੀ ਮੰਗਦੇ, ਪੁੱਤ ਤੂੰ ਗੁਰੂ ਦੇ ਚਰਨਾਂ ਦਾ ਹੀ ਧਿਆਨ ਧਰਨਾ, ਬੇਟਾ ਤੂੰ ਗੁਰੂ ਜੀ ਦੇ ਚਰਨਾਂ ਦਾ ਧਿਆਨ ਰੱਖਣਾ। ਹਾਂਜੀ, ਮੈਂ ਸਿੱਖ ਸੁਤਾ ਸਰਵਰੀ ਘਰ ਮੈਂ। ਗੱਜ ਕੇ ਆਖੋ ਵਾਹਿਗੁਰੂ। ਤੇ ਬਾਰ-ਬਾਰ ਇਸ ਗੱਲ ਦੀ ਵਿਚਾਰ ਵੀ ਮੈਂ ਸਿੱਖ ਦੀ ਧੀ, ਕਿਵੇਂ ਉਹਦਾ ਸਰਵਰੀਆਂ ਦੇ ਘਰ ਜਾ ਕੇ ਗੁਜ਼ਾਰਾ ਕਰਾਂਗੀ, ਕਿਵੇਂ ਮੇਰਾ ਗੁਜ਼ਾਰਾ ਚੱਲੇਗਾ। ਮੈਂ ਅੰਮ੍ਰਿਤ ਵੇਲੇ ਉੱਠ ਕੇ ਬਾਪੂ ਨੇ ਸਿਖਾਇਆ ਵੀ ਬਾਣੀ ਪੜ੍ਹਨੀ ਹੈ, ਉਸ ਘਰ ਵਿੱਚ ਜਾ ਕੇ ਕੀ ਹੋਏਗਾ। ਹਾਂਜੀ, ਕਰੀ ਵਿਸਰਜਨ ਰੁਦਤ ਵਿਸਾਲਾ। ਤੇ ਗੁਰਮੁਖੋ ਉਵੇਂ ਤੇ ਭਾਵੇਂ ਰੋਣ ਆਉਂਦਾ ਨਾ ਆਉਂਦਾ, ਪਰ ਇਸ ਗੱਲ ਸੁਣ ਕੇ ਤੇ ਧੀ ਪੁੱਬਾ ਮਾਰ ਕੇ ਰੋਈ ਵੀ ਆਹ ਮੇਰੇ ਨਾਲ ਕੀ ਬਣ ਗਿਆ। ਪਰ ਭਾਈ ਆਕੁਲ ਜੀ ਗੁਰੂ ਘਰ ਦੇ ਮਸੰਦ, ਹੁਣ ਵਸ ਉਹਨਾਂ ਦੇ ਵੀ ਕੋਈ ਨਹੀਂ, ਆਪਣਾ ਯਤਨ ਅਜੇ ਤੱਕ ਕੋਈ ਨਹੀਂ ਕੀਤਾ, ਬਸ ਡੋਰੀ ਗੁਰੂ ਸਾਹਿਬ ਦੇ ਉੱਤੇ ਸੁੱਟਤੀ। ਮਹਾਰਾਜ ਹੁਣ ਡੋਰੀ ਤੁਹਾਡੇ ਹੱਥ 'ਚ ਹੈ। ਤੇ ਆਪਣੀ ਧੀ ਨੂੰ, ਧੀ ਰੋ ਰਹੀ ਹੈ, ਬੈਰਾਗ ਕਰ ਰਹੀ ਹੈ, ਆਪਣੇ ਘਰੋਂ ਵਿਦਾ ਕਰਤਾ ਧੀਏ ਜੋ ਕਰਮਾਂ ਵਿੱਚ ਸੀ। ਤੇ ਅੰਦਰੋਂ ਅਰਦਾਸਾਂ ਪਤਾ ਕੀ ਕੀਤੀਆਂ, ਡੋਰੀ ਹਾਥ ਤੁਮਾਰੇ ਪ੍ਰਭ ਡੋਰੀ ਹਾਥ ਤੁਮਾਰੇ। ਡੋਰੀ ਹਾਥ ਤੁਮਹਾਰੇ ਪ੍ਰਭ ਡੋਰੀ ਹਾਥ ਤੁਮਾਰੇ। ਡੋਰੀ ਹਾਥ ਤੁਮਾਰੇ
प्रभ डोरी हाथ तुम्हारे, डोरी हाथ तुम्हारे, प्रभ डोरी हाथ तुम्हारे। ਅੰਦਰੋਂ ਅੰਦਰੋਂ ਅਰਦਾਸਾਂ ਚੱਲ ਰਹੀਆਂ, ਮਹਾਰਾਜ ਤੋਰ ਤੇ ਦਿੱਤੀ ਤੀ ਪਰ ਤੁਹਾਡੇ ਹੱਥ 'ਚ ਹੀ ਆ ਡੋਰੀ। ਮਹਾਰਾਜ ਕਿਵੇਂ ਵਸਾਉਣਾ ਇਹ ਹੁਣ ਆਪ ਜੀ ਕਿਰਪਾ ਕਰੋ, ਤੁਸੀਂ ਦਇਆ ਕਰੋ। ਹਾਂਜੀ। ਪੁੱਤਰ ਸਨੂਖਾ ਲੈ ਕਰ ਤਬ ਚਾਲਾ, ਤੇ ਗੁਰਮੁਖੋ ਸਹੁਰਾ ਹਾਂਜੀ ਉਹ ਆਪਣੀ ਨੌਂ ਨੂੰ ਤੇ ਆਪਣੇ ਪੁੱਤਰ ਨੂੰ ਲੈ ਕੇ ਤੁਰ ਪਿਆ ਜੀ। ਹਾਂਜੀ। ਗੁਰੂ ਡਰੋਲੀ ਪੂਰਬ ਆਏ, ਪਰ ਹੁਣ ਸੁਣੋ ਗੁਰੂ ਜੀ ਨੇ ਜੀਵਨ ਲੀਲਾ ਕਿਵੇਂ ਬਦਲਣੀ ਜੀ। ਹਾਂਜੀ ਅਰਦਾਸਾਂ ਕੀਤੀਆਂ ਨਾ ਜੀ, ਹੁਣ ਸੁਣੋ ਮਹਾਰਾਜ ਕਿੱਡੇ ਵੱਡੇ ਜੀ, ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹੁਣ ਗੁਰੂ ਜੀ ਦੀ ਲੀਲਾ ਵੀ ਸੁਣ ਲਓ। ਹਾਂਜੀ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਪਹਿਲਾਂ ਹੀ ਡਰੋਲੀ 'ਚ ਬੈਠੇ ਸਨ ਜੀ। ਹਾਂਜੀ। ਤੇ ਸਾਧ ਸੰਗਤ ਜੀ ਵੱਡਾ ਪਿੰਡ ਤੇ ਤੁਲਕਾਣੀ ਪਿੰਡ ਦੋਵਾਂ ਪਿੰਡਾਂ ਦੇ ਰਸਤੇ 'ਚ ਡਰੋਲੀ ਪਿੰਡ ਹੈਗਾ ਜੀ। ਹਾਂਜੀ ਅੱਗੇ ਪੜੋ। ਹਾਂਜੀ। ਉਤਰੇ ਹੁੱਤੇ ਦੇਸ਼ ਵਿਦਤਾਏ, ਸੱਚੇ ਪਾਤਸ਼ਾਹ ਪਹਿਲਾਂ ਹੀ ਉਸ ਦਿਸ਼ਾ ਵਿੱਚ ਉਤਰੇ ਹੋਏ ਸਨ ਜੀ। ਹਾਂਜੀ। ਤੁਲਕਾਣੀ ਕੇ ਮਗ ਮੈਂ ਡੇਰਾ, ਹਾਂਜੀ। ਭਜਨ ਕੀਰਤਨ ਹੋਤ ਕਨੇਰਾ। ਤੇ ਗੁਰਮੁਖੋ ਤੁਲਕਾਣੀ ਪੁਰ ਦੇ ਰਸਤੇ ਵਿੱਚ ਹਾਂਜੀ ਸੱਚੇ ਪਾਤਸ਼ਾਹ ਜੀ ਦਾ ਪੜਾਅ ਸੀਗਾ ਤੇ ਭਜਨ ਕੀਰਤਨ ਹੋ ਰਿਹਾ ਸੀ। ਹਾਂਜੀ। ਵੱਡੇ ਘਰ ਸੋ ਗ੍ਰਾਮ ਤੇ ਚਾਲੇ, ਹਾਂਜੀ। ਦਿਨ ਮੈਂ ਪਰ ਹੀ ਘਾਮ ਵਿਸਾਲੇ। ਗਰਮੀਆਂ ਦੇ ਦਿਨ ਸਨ ਜੀ, ਗਰਮੀਆਂ ਤੇ ਵਿਚਾਰ ਕੀਤੀ ਵੀ ਸ਼ਾਮ ਨੂੰ ਚੱਲੀਏ। ਮਸ਼ਾਲਾਂ ਤਾਂ ਸਾਡੇ ਕੋਲ ਹੈ, ਰਸਤੇ ਪਤਾ ਨੇ, ਤੇ ਦਿਨੇ ਗਰਮੀ ਬਹੁਤ ਹੋਣੀ ਹੈ, ਸ਼ਾਮ ਨੂੰ ਡੋਲੀ ਵਿਦਾ ਕਰੀਏ ਜੀ। ਵਿਚਾਰ ਇਹ ਸੀ ਸ਼ਾਮ ਨੂੰ ਸਹੁਰਾ ਆਪਣੇ ਧੀ ਤੇ ਵਾਹਿਗੁਰੂ ਆਪਣੀ ਨੌਂ ਤੇ ਆਪਣੇ ਪੁੱਤ ਨੂੰ ਲੈ ਕੇ ਤੁਰਿਆ ਜੀ। ਹਾਂਜੀ। ਜਾਂ ਤੇ ਬੜੀ ਰੈਨ ਤੇ ਪਿਆਨਾ, ਰਾਤ ਸਮੇਂ ਕੁਝ ਸਫ਼ਰ ਉਹਨਾਂ ਨੇ ਤੈਅ ਕੀਤਾ। ਹਾਂਜੀ। ਅਰਣੋਂਦੇ ਪਹੁੰਚੇ ਗੁਰਥਾਨਾ। ਤੇ ਗੱਜ ਕੇ ਆਖੋ ਵਾਹਿਗੁਰੂ, ਫੇਰ ਆਖੋ ਜੀ। ਤੇ ਅੰਮ੍ਰਿਤ ਵੇਲਾ ਹੋਇਆ ਤੇ ਤੁਹਾਨੂੰ ਪਤਾ ਵੀ ਅੰਮ੍ਰਿਤ ਵੇਲੇ ਨੀਂਦ ਬਹੁਤ ਜ਼ੋਰ ਪਾਉਂਦੀ ਜੀ, ਚੰਗੇ ਚੰਗਿਆਂ ਨੂੰ ਪਾ ਜਾਂਦੀ ਜੀ। ਹਾਂਜੀ। ਅੰਮ੍ਰਿਤ ਵੇਲੇ ਨੀਂਦ ਬਹੁਤ ਜ਼ੋਰ ਪਾਉਂਦੀ ਤੇ ਹੋਇਆ ਵੀ ਇਸੇ ਤਰ੍ਹਾਂ, ਸਾਰਿਆਂ ਨੂੰ ਨੀਂਦ ਨੇ ਜ਼ੋਰ ਪਾਤਾ। ਤੇ ਜਿਹੜਾ ਮੁਖੀ ਸੀ ਨਾ ਸਹੁਰਾ, ਉਹ ਕਹਿਣ ਲੱਗਾ ਵੀ ਕੁਝ ਸਮਾਂ ਇੱਥੇ ਰੁਕ ਜਾਓ, ਕਹਿਣ ਲੱਗੇ ਥੋੜਾ ਜਿਹਾ ਸਮਾਂ ਇੱਥੇ ਬਹਿ ਕੇ ਬਤੀਤ ਕਰ ਲਓ, ਕੋਈ ਗੱਲ ਨਹੀਂ। ਉਧਰ ਅੰਮ੍ਰਿਤ ਵੇਲੇ ਹੁਣ ਮਨਮੁਖਾਂ ਤੇ ਸੌਣਾ ਤੇ ਗੁਰਮੁਖਾਂ ਜਾਗਣਾ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਕਹੇ ਮਹਾਰਾਜ ਆਨੰਦ ਸਾਹਿਬ ਵਿੱਚ ਲਿਖਦੇ ਨਾ ਜੀ ਵੀ ਉਹ ਇੱਕ ਮਨਮੁਖ ਸੁੱਤੇ ਰਹਿੰਦੇ ਤੇ ਗੁਰਮੁਖ ਜਾਗਦੇ ਜੀ। ਹਾਂਜੀ। ਜਿੰਨਾ ਹਰ ਮਨ ਵਸਿਆ ਬੋਲ ਹੈ ਅੰਮ੍ਰਿਤ ਬਾਣੀ, ਅੰਮ੍ਰਿਤ ਵੇਲੇ ਉੱਠ ਕੇ ਜੀ। ਉਧਰ ਸੁਣੋ ਅੰਮ੍ਰਿਤ ਵੇਲੇ ਗੁਰੂ ਜੀ ਦਾ ਦਰਬਾਰ ਸਜਿਆ ਸੀ, ਗੁਰੂ 6ਵੇਂ ਪਾਤਸ਼ਾਹ ਜੀ ਦਾ। ਹਾਂਜੀ। ਸਾਦਾ ਸਹਿਤ ਬਰਾਤ ਅਗਾਰੀ, ਤੇ ਗੁਰਮੁਖੋ ਸਾਦੇ ਸਹਿਤ ਭਾਵ ਸਹੁਰੇ ਸਹਿਤ ਬਰਾਤ ਜਿਹੜੀ ਸੀਗੀ ਉਹ ਇੱਕ ਥਾਂ ਤੇ ਉਸ ਥਾਂ ਤੇ ਲਾਗੇ ਹੀ ਰੁਕ ਗਈ ਜੀ। ਹਾਂਜੀ। ਡੋਰੀ ਸਾਧੂ ਸਹਿਤ ਪਿਸ਼ਾਰੀ, ਤੇ ਸਾਦਾ ਥੋੜਾ ਅੱਗੇ ਹੀ ਸਹੁਰਾ ਜੀ। ਹਾਂਜੀ। ਭਾਈ ਸਾਧੂ ਜੀ ਤੇ ਭਾਈ ਆਕੁਲ ਜੀ ਦੀ ਧੀ ਪਤੀ ਪਤਨੀ ਬਣ ਚੁੱਕੇ ਸਨ, ਹੁਣ ਉਹ ਥੋੜਾ ਜਿਹਾ ਪਿੱਛੇ ਸਨ ਜੀ। ਹਾਂਜੀ। ਗੁਰ ਢਿੱਗ ਆਸਾ ਵਾਰਸੋ ਗਾਏ। ਤੇ ਗੱਜ ਕੇ ਆਖੋ ਵਾਹਿਗੁਰੂ, ਫੇਰ ਆਖੋ ਵਾਹਿਗੁਰੂ, ਤੇ ਹੱਥ ਜੋੜ ਕੇ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਗੁਰੂ 6ਵੇਂ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਜੀ। ਹਾਂਜੀ। ਅੰਮ੍ਰਿਤ ਵੇਲੇ ਦਾ ਸਮਾਂ ਤੇ ਗੁਰਬਾਣੀ ਦੀਆਂ ਧੁਨਾਂ ਉੱਠ ਰਹੀਆਂ ਜੀ। ਕੀਰਤਨ ਕਿਹੜਾ ਹੋ ਰਿਹਾ ਜੀ? ਕੀਰਤਨ ਹੋ ਰਿਹਾ ਆਸਾ ਜੀ ਦੀ ਵਾਰ ਦਾ। ਅੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਕੀਰਤਨ ਸੁਣ ਰਹੇ। ਜਦੋਂ ਅੰਮ੍ਰਿਤ ਵੇਲੇ ਗੁਰੂ ਕੇ ਪਿਆਰੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਨਾ ਜੀ ਦਰਬਾਰ ਸਾਹਿਬੋਂ, ਕਈ ਵਾਰੀ ਸੁਣਨ ਦਾ ਮੌਕਾ ਮਿਲਦਾ, ਉਹ ਆਨੰਦ ਹੀ ਵੱਖਰਾ ਹੁੰਦਾ ਜੀ। ਇੱਕਦਮ ਸ਼ਾਂਤੀ ਵਾਲਾ ਮਾਹੌਲ ਜੀ, ਬਿਲਕੁਲ ਚੂੰ ਚਾਂ ਦੀ ਆਵਾਜ਼ ਕੋਈ ਨਹੀਂ, ਕਿਸੇ ਗੱਡੀ ਦੀ ਆਵਾਜ਼ ਨਹੀਂ, ਉਰੋਂ ਤੇ ਵੈਸੇ ਨਹੀਂ ਕੋਈ ਹੁੰਦੀ ਸੀ ਜਦੋਂ ਦਾ ਸਮਾਂ। ਹਾਂਜੀ। ਸਭ ਸ਼ਾਂਤ ਇਲਾਕਾ, ਰਬਾਬ ਵੱਜ ਰਹੀ ਜੀ, ਤੇ ਰਬਾਬ ਦੀ ਆਵਾਜ਼ ਬਹੁਤ ਮਿੱਠੀ ਹੁੰਦੀ ਜੀ। ਰਬਾਬ ਵੱਜ ਰਹੀ ਜੀ ਤੇ ਗੁਰੂ ਪਿਆਰਿਆਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਭਾਈ ਆਕੁਲ ਜੀ ਦੀ ਧੀ
ਪਾਲਕੀ ਵਿੱਚ ਬੈਠੀ ਕੀਰਤਨ ਸੁਣ ਰਹੀ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ ਚਲੋ ਸਾਡੀ ਆਵਾਜ਼ ਤੇ ਨਹੀਂ ਰਾਗੀਆਂ ਵਾਲੀ ਦੀ, ਪਰ ਇੱਕ ਥੋੜਾ ਜਿਹਾ ਬੋਲ ਸੁਣੋ ਆਸਾ ਜੀ ਦੀ ਆਵਾਜ਼ ਦਾ, ਜਦੋਂ ਪ੍ਰੇਮ ਵਿੱਚ ਗੁਰੂ ਪਿਆਰ ਵਾਲੇ ਪੜ੍ਹਦੇ। ਹਾਂਜੀ ਮਹਾਰਾਜ ਜੀ ਦੀ ਆਸਾ ਜੀ ਦੀ ਵਾਰ ਦਾ ਰਾਗੀ ਜਦੋਂ ਕੀਰਤਨ ਸ਼ੁਰੂ ਕਰਦੇ, ਹਰ ਅੰਮ੍ਰਿਤ ਪਿੰਨੇ ਲੋਏਣਾ, ਬਹੁਤ ਪਿਆਰ ਨਾਲ ਪੜ੍ਹਦੇ। ਰਾਗੀ ਸਿੰਘ ਲਾਗੇ ਬੈਠੇ, ਇਹਨਾਂ ਨੂੰ ਬੇਨਤੀ ਵੀ ਥੋੜਾ ਜਿਹਾ ਸਾਥ ਦਿਓ, ਉਸ ਮਾਹੌਲ ਵਿੱਚ ਮਨ ਪੁੱਜੇ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਹੁਤ ਪ੍ਰੇਮ ਨਾਲ ਸੁਣੋ ਇੱਕ ਪੰਕਤੀ। ਹਾਂਜੀ ਹਰਿ ਅੰਮ੍ਰਿਤ ਪਿੰਨੇ ਲੋਏ ਨਾ, ਮਨ ਪ੍ਰੇਮ ਰਤਨ ਰਾਮ ਰਾਜੇ, ਮਨ ਰਾਮ ਕਸਵਟੀ ਲਾਇਆ, ਕੰਚਨ ਸੋਵਿੰਨਾ, ਗੁਰਮੁਖ ਰੰਗ ਚਲੂਲਿਆ, ਮੇਰਾ ਮਨ ਤਨ ਬਿੰਨਾ, ਜਨ ਨਾਨਕ ਮੁਸਕ ਚਕੋਲਿਆ, ਸਭ ਜਨਮ ਤਨ ਤੰਨਾ, ਜਨ ਨਾਨਕ ਮੁਸਕ ਚਕੋਲਿਆ। ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤੇ ਨਾ ਐਵੇਂ ਬੜੀ ਨਾ ਜੀ, ਜਦੋਂ ਸਾਜ਼ ਹੋਣ ਨਾਲ, ਹਾਂਜੀ ਤੇ ਨਾਲ ਸਾਜ਼ ਵੱਜਦੇ ਹੋਣ, ਤੇ ਜਦੋਂ ਗੁਰੂ ਕੇ ਸਿੱਖ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਨੇ, ਤੇ ਬਹੁਤਾ ਹੀ ਸੁਹਾਵਣਾ ਸਮਾਂ ਬਣਦਾ ਜੀ, ਬਹੁਤਾ ਹੀ ਸੁਹਾਵਣਾ ਸਮਾਂ ਬਣਦਾ। ਭਾਈ ਸਾਹਿਬ ਜੀ ਦੀ ਧੀ ਨੇ ਪਾਲਕੀ ਵਿੱਚ ਬੈਠੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਲਿਆ। ਹਾਂਜੀ ਬਾਦਤ ਆਦਰ ਬਾਬ ਬਜਾਵੇ, ਹਾਂਜੀ ਆਕੁਲ ਕੀ ਦਹਿਤਾ ਸੁਨ ਕਾਨ, ਹਾਂਜੀ ਸ਼੍ਰੀ ਗੁਰ ਡੇਰਾ ਅਹਿ ਪਛਾਨ। ਤੇ ਗੱਜ ਕੇ ਆਖੋ ਵਾਹਿਗੁਰੂ। ਹੁਣ ਧੀ ਪਾਲਕੀ 'ਚ ਬੈਠੀ ਹੈ ਜੀ। ਹਾਂਜੀ ਜਦੋਂ ਉਹਨੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ, ਮਨ ਵਿੱਚ ਵਿਚਾਰ ਆਈ ਵੀ ਜ਼ਰੂਰ ਗੁਰੂ ਜੀ ਆਏ ਨੇ ਇੱਥੇ। ਹੈ ਵੇਖ ਲਓ, ਚਿੰਤਾ ਲੱਗੀ ਸੀ ਧੀ ਨੂੰ ਵੀ ਮੈਂ ਬਾਣੀ ਕਿਵੇਂ ਪੜਾਂਗੀ, ਤੇ ਰਸਤੇ 'ਚ ਹੀ ਬਾਣੀ ਦੀਆਂ ਛੈਪਰਾਂ ਲੱਗ ਗਈਆਂ ਜੀ। ਹੈ ਇਹੋ ਹੀ ਚਿੰਤਾ ਸੀ ਨਾ ਜੀ, ਰਸਤੇ 'ਚ ਹੀ ਗੁਰੂ ਦੀ ਕਿਰਪਾ ਨਾਲ ਬਾਣੀ ਦੀਆਂ ਛੈਪਰਾਂ ਲੱਗ ਗਈਆਂ। ਹੈ ਅੰਮ੍ਰਿਤ ਵੇਲਾ ਆਸਾ ਜੀ ਦੀ ਵਾਰ, ਜ਼ਰੂਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਏ ਨੇ। ਹਾਂਜੀ ਪਿਤ ਕੇ ਸੰਗ ਗਹੀ ਬਹੁ ਬਾਰੀ, ਕਿਉਂ ਪਿਤਾ ਜੀ ਦੇ ਨਾਲ ਬਹੁਤ ਵਾਰ ਗੁਰੂ ਘਰ ਦੇ ਦਰਸ਼ਨ ਕੀਤੇ ਸਨ ਜੀ। ਹਾਂਜੀ ਦਰਸ਼ਨ ਦੇਖਿਓ ਹੁਤੋ ਅਗਾਰੀ, ਤੇ ਗੁਰਮੁਖੋ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਸਨ ਜੀ। ਗੁਰਬਾਣੀ ਦਾ ਕੀਰਤਨ ਸੁਣਿਆ ਸੀ। ਮੈਂ ਪਹਿਲਾਂ ਬੇਨਤੀ ਕੀਤੀ, ਉਦੋਂ ਕੀਰਤਨ ਹੁੰਦਾ ਹੀ ਗੁਰੂ ਘਰ ਵਿੱਚ ਸੀਗਾ ਜੀ। ਹੁਣ ਤੇ ਸਾਰੀਆਂ ਥਾਵਾਂ ਤੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਜ਼ਿਆਦਾ ਕੀਰਤਨ ਹੁੰਦਾ ਸੀ, ਤੇ ਕੀਰਤਨ ਵੀ ਪਹਿਲਾਂ ਸੁਣਿਆ ਸੀ ਕਿਤੇ। ਹਾਂਜੀ ਚਿਤ ਹੈ ਉਪਾਏ ਸਮੀਪ ਗਵਨ ਕੋ, ਤੇ ਗੱਜ ਕੇ ਆਖੋ ਵਾਹਿਗੁਰੂ। ਫੇਰ ਆਖੋ ਬਸ ਗੁਰੂ ਸਾਹਿਬ ਨੇ ਕਿਰਪਾ ਕਰਤੀ, ਕਲਾ ਵਰਤਾ ਦਿੱਤੀ ਤੀ। ਮਨ ਵਿੱਚ ਵਿਚਾਰ ਆਇਆ, ਮਨਾ ਪਾਲਕੀ 'ਚ ਉਤਰਾਂ ਤੇ ਇੱਕ ਵਾਰੀ ਗੁਰੂ ਜੀ ਦੇ ਕੋਲ ਜਾਵਾਂ। ਕਹਿਣ ਲੱਗੇ ਇੱਕ ਵਾਰੀ ਉਤਰਾਂ, 6ਵੇਂ ਪਾਤਸ਼ਾਹ ਦੇ ਦਰਸ਼ਨ ਕਰਦਾ। ਇਹੋ ਮਨ ਵਿੱਚ ਸੀ ਵੀ ਅਰਦਾਸ ਕਰਨੀ ਹੈ, ਤੇ ਹੁਣ ਤੇ ਗੁਰੂ ਸਾਹਿਬ ਦੇ ਲਾਗੇ ਆਈ ਆ। ਹਾਂਜੀ ਕਹਿਓ ਕਹਾਰਨ ਸੰਗ ਬਚਨ ਕੋ, ਤੇ ਜਿੰਨਾ ਪਾਲਕੀ ਚੁੱਕੀ ਸੀ, ਹੁਣ ਉਹਨਾਂ ਨੂੰ ਵੀ ਕਹਿਣਾ ਸੀ ਨਾ ਕੁਛ, ਵੀ ਭਾਈ ਮੈਨੂੰ ਕੁਝ ਸਮਾਂ ਜਾਂਦੀ, ਕਿ ਉਹ ਪਹਿਰੇ ਤੇ ਬਹਿ ਕੇ ਸੀ। ਉਹਨਾਂ ਨੂੰ ਆਖਿਆ ਫਿਰ ਧੀ ਨੇ, ਸਿੱਖ ਦੀ ਧੀ ਨੇ। ਹਾਂਜੀ ਤੁਮ ਜਾਣਤ ਹੋ ਸਗਰੀ ਬਾਤ, ਭਾਈ ਤੁਸੀਂ ਸਾਰੀ ਗੱਲ ਜਾਣਦੇ ਹੋ, ਤੁਹਾਨੂੰ ਵੀ ਪਤਾ ਅਸਲੀਅਤ ਕੀ ਹੈ। ਹਾਂਜੀ ਹਮ ਗੁਰ ਕੋ ਸਿੱਖ ਸਦ ਬਖਿਆਤ। ਗੱਜ ਕੇ ਆਖੋ ਵਾਹਿਗੁਰੂ। ਤੁਹਾਨੂੰ ਪਤਾ, ਕਿਉਂ ਵੀ ਵੱਡੇ ਪਿੰਡ ਦੇ ਸੀ, ਉਹਨਾਂ ਪਾਲਕੀ ਬਸ ਲੈ ਕੇ ਸੋਹਰੇ ਘਰ ਜਾਣਾ, ਫਿਰ ਵਾਪਸ ਆ ਜਾਣਾ ਸੀ। ਤੁਹਾਨੂੰ ਵੀ ਪਤਾ ਅਸੀਂ ਗੁਰੂ ਕੇ ਸਿੱਖ ਹਾਂ, ਮੇਰਾ ਬਾਪ ਗੁਰੂ ਘਰ ਦਾ ਸਿੱਖ ਹੈ, ਮੈਂ ਗੁਰੂ ਜੀ ਦੀ ਸਿੱਖ ਧੀ ਹਾਂ। ਹਾਂਜੀ ਇਹ ਡੇਰਾ ਢਿਗ ਹੈ ਗੁਰ ਕੇਰਾ, ਤੇ ਸੁਣੋ ਮੇਰੀ ਗੱਲ, ਕੀਰਤਨ ਦੀ ਆਵਾਜ਼ ਆ ਰਹੀ ਹੈ, ਤੇ ਜੇ ਕੀਰਤਨ ਦੀ ਆਵਾਜ਼ ਆ ਰਹੀ ਤੇ ਗੁਰੂ ਜੀ ਵੀ ਇੱਥੇ ਨੇ, ਤੇ ਇੱਕ ਵਾਰ ਮੈਨੂੰ ਗੁਰੂ ਜੀ ਦੇ ਚਰਨਾਂ 'ਚ ਜਾ ਲੈਣ ਦਿਓ। ਹਾਂਜੀ ਚਲਤ ਚਾਹੋ ਮੈਂ ਦਰਸ਼ਨ ਹੇਰਾ, ਤੇ ਮੈਂ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦੀ। ਗੱਜ ਕੇ ਆਖੋ ਵਾਹਿਗੁਰੂ। ਬਸ ਗੁਰੂ ਸਾਹਿਬ ਆਪਣੇ ਸੇਵਕ ਕੀ ਆਪੇ ਰਾਖੈ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ
ਆਪਣੇ ਸੇਵਕਾਂ ਦੀ ਆਪ ਹੀ ਰੱਖਦੇ। ਗੱਜ ਕੇ ਆਖੋ, ਆਪਣੇ ਸੇਵਕ ਕੀ ਆਪੇ ਰਾਖੈ, ਆਪਣੇ ਸੇਵਕ ਕੀ ਆਪੇ ਰਾਖੈ। ਆਪਣੇ ਸੇਵਕ ਕੀ ਆਪੇ ਰਾਖੈ, ਆਪਣੇ ਸੇਵਕ ਕੀ ਆਪੇ ਆਪੇ ਨਾਮ ਜਪਾਵੈ, ਆਪੇ ਨਾਮ ਜਪਾਵੈ, ਆਪੇ ਨਾਮ ਜਪਾਵੈ, ਆਪੇ ਨਾਮ ਜਪਾਵੈ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠਤਾ ਵੈ। ਅਗਲੀ ਪੰਕਤੀ ਤੇ ਹੋਰ ਗੁਰੂ ਸਾਹਿਬ ਨੇ ਕਿਰਪਾ ਕਰਤੀ। ਅੱਜ ਕੇ ਆਖੋ ਵਾਹਿਗੁਰੂ। ਸੇਵਕ ਕੋ ਨਿਕਟੀ ਹੋਏ ਦਿਖਾਵੈ। ਗੱਜ ਕੇ ਆਖੋ ਵਾਹਿਗੁਰੂ। ਸੇਵਕਾਂ ਨੂੰ ਤੇ ਗੁਰੂ ਸਾਹਿਬ ਨੇੜੇ ਹੋ ਕੇ ਵਿਖਾਉਂਦੇ ਜੀ। ਹਾਂਜੀ, ਕੋਈ ਯਾਦ ਕਰੇ ਸਹੀ ਪ੍ਰੇਮ ਨਾਲ, ਕੋਈ ਆਖੇ ਤੇ ਸਹੀ ਡੋਰੀ ਹਾਥ ਤੁਮਾਰੇ, ਪ੍ਰਭ ਡੋਰੀ ਹਾਥ ਤੁਮਾਰੇ, ਡੋਰੀ ਹਾਥ ਤੁਮਹਾਰੇ, ਪ੍ਰਭ ਡੋਰੀ ਹਾਥ ਤੁਮਹਾਰੇ। ਕੋਈ ਕਹਿ ਕੇ ਵੇਖੇ, ਗੁਰੂ ਸਾਹਿਬ ਫਿਰ ਨਿਕਟੀ ਹੋ ਕੇ ਵੀ ਵਿਖਾਉਂਦੇ ਜੀ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪਹਿ ਸੇਵਕ। ਹਾਂਜੀ, ਡੋਰੀ ਫੜਾ ਕੇ ਆਖੋ ਤੇ ਸਹੀ, ਫਿਰ ਤਤਕਾਲ ਹੋਏ ਆਵੈ। ਗੱਜ ਕੇ ਆਖੋ ਵਾਹਿਗੁਰੂ। ਤਤਕਾਲ ਹੀ ਗੁਰੂ ਸਾਹਿਬ ਫਿਰ ਕਿਰਪਾ ਕਰ ਦਿੰਦੇ, ਬਖਸ਼ਿਸ਼ ਕਰ ਦਿੰਦੇ, ਮਿਹਰ ਕਰ ਦਿੰਦੇ ਜੀ। ਉਹਨਾਂ ਨੂੰ ਡੋਲੀ ਚੁੱਕਣ ਵਾਲਿਆਂ ਨੂੰ ਆਖਿਆ ਮੈਨੂੰ ਜਾ ਲੈਣ ਦਿਓ, ਮੈਂ ਗੁਰੂ ਜੀ ਦੇ ਦਰਸ਼ਨ ਕਰਨੇ ਨੇ। ਹਾਂਜੀ, ਇਮ ਕਹੈ ਦਰਬ ਕਹਾਰਨ ਦੀਨ। ਉਹ ਕਿੱਥੋਂ ਮੰਨਣ ਜੀ। ਅੱਜ ਕੇ ਆਖੋ ਵਾਹਿਗੁਰੂ। ਹੁਣ ਉਹ ਵੀ ਸਿਆਣੇ ਹੀਗੇ ਜੀ, ਹੱਦ ਹੋ ਗਈ, ਕਿਸੇ ਦੀ ਨੋਹ ਧੀ ਹੈ, ਐਵੇਂ ਥੋੜੀ ਬਾਹਰ ਜਾਣ ਦੇਣਾ ਹੈਗਾ ਜੀ। ਉਹਨਾਂ ਆਖਿਆ ਨਹੀਂ, ਪਰ ਗੁਰਮੁਖੋ ਤੇਲ ਤਮਾ ਜਾਂਕੋ ਮਿਲੈ ਤੁਰਤ ਨਰਮ ਹੋਏ ਜਾਏ। ਲੋਹਾ ਕੁੰਡਾ ਕਈ ਵਾਰੀ ਖੁੱਲਦਾ ਨਹੀਂ ਜੀ ਦਰਵਾਜ਼ੇ ਦਾ, ਫਿਰ ਉਹਨੂੰ ਤੇਲ ਦਿਓ ਛੇਤੀ ਨਰਮ ਹੋ ਜਾਂਦਾ ਜੀ। ਲੋਹੇ ਨੂੰ ਤੇਲ ਮਿਲ ਜੇ ਉਹ ਨਰਮ ਹੋ ਜਾਂਦਾ, ਬੰਦੇ ਨੂੰ ਲੋਭ ਦੇ ਦਿਓ ਬੰਦਾ ਵੀ ਨਰਮ ਹੋ ਜਾਂਦਾ ਜੀ। ਉਹਨੇ ਲੋਭ ਦਿੱਤਾ, ਉਹਦੇ ਕੋਲ ਪੈਸੇ ਸੀ ਜਿਹੜੇ ਬਾਪੂ ਨੇ ਥੋੜੇ ਜਿਹੇ ਦਿੱਤੇ ਸੀ। ਉਹਨਾਂ ਨੂੰ ਕਿਹਾ ਆ ਪੈਸੇ ਲੈ ਲਓ ਤੇ ਮੈਨੂੰ ਗੁਰੂ ਜੀ ਦੇ ਦਰਸ਼ਨ ਕਰ ਲੈਣ ਦਿਓ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ, ਮਾਇਆ ਦੇ ਕੇ ਵੀ ਗੁਰੂ ਜੀ ਦੇ ਦਰਸ਼ਨ ਕਰਨੇ ਪੈਣ ਤੇ ਕਰ ਲੈਣੇ ਚਾਹੀਦੇ ਜੀ। ਹਾਂਜੀ, ਜੇ ਅਬਲ ਤੇ ਗੁਰੂ ਜੀ ਦੇ ਦਰਸ਼ਨਾਂ ਦਾ ਮੁੱਲ ਹੀ ਕੋਈ ਨਹੀਂ ਹੈਗਾ ਜੀ। ਹਾਂਜੀ, ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹੱਥ ਜੋੜ ਕੇ ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਦੇ ਦਰਸ਼ਨਾਂ ਦਾ ਮੁੱਲ ਹੀ ਕੋਈ ਨਹੀਂ ਹੈਗਾ ਜੀ। ਪਰ ਜੇ ਬਾਰੀ ਕਿਤੇ ਪੈਸੇ ਦੇ ਕੇ ਵੀ ਦਰਸ਼ਨ ਕਰਨੇ ਪੈਣ ਤੇ ਕਰ ਲੈਣੇ ਚਾਹੀਦੇ ਜੀ। ਹਾਂਜੀ, ਆਖਿਆ ਪੈਸੇ ਲੈ ਲਓ ਤੇ ਗੁਰੂ ਜੀ ਦੇ ਦਰਸ਼ਨ ਕਰ ਲੈਣ ਦਿਓ। ਹਾਂਜੀ, ਲੱਗੇ ਲੋਭ ਤਬ ਚੱਲਿਓ ਕੀਨ। ਗੁਰਮੁਖੋ ਉਹਨਾਂ ਬੰਦਿਆਂ ਨੂੰ ਲੋਭ ਨੇ ਫੜ ਲਿਆ ਜੀ। ਹਾਂਜੀ, ਉਹ ਲੋਭ ਚ ਆ ਗਏ, ਉਹਨਾਂ ਪੈਸੇ ਲੈ ਲਏ ਤੇ ਸਿੱਖ ਦੀ ਧੀ ਫਿਰ ਜੋ ਬਾਪੂ ਨੇ ਥੋੜਾ ਬਹੁਤਾ ਖਾਣ ਨੂੰ ਸਮਾਨ ਦਿੱਤਾ ਸੀ ਰਸਤੇ ਵਿੱਚ, ਉਹ ਹੱਥ ਵਿੱਚ ਲੈ ਕੇ ਤੇ ਗੁਰੂ ਜੀ ਦੇ ਦਰਬਾਰ ਵੱਲ ਵੱਧ ਰਹੀ। ਅੰਮ੍ਰਿਤ ਵੇਲੇ ਦਾ ਸਮਾਂ, ਉਸ ਸਮੇਂ ਪੂਰੇ ਗਹਿਣੇ ਪਾਏ ਜਾਂਦੇ ਸੀ, ਜੋ ਹੈ ਸੀ ਕਿ ਜੀ ਉਦੋਂ ਦੀ ਰੀਤਾਂ। ਹਾਂਜੀ, ਉਹ ਵਿਆਹ ਵਾਲਾ ਬਸਤਰ ਪਾਏ। ਹਾਂਜੀ, ਸਾਰਾ ਕੁਝ ਉਸੇ ਤਰ੍ਹਾਂ ਦਾ ਭੇਸ, ਵਿਆਹ ਵਾਲੇ ਜੋੜੇ ਵਿੱਚ ਹੱਥ 'ਚ ਸਮਾਨ ਫੜਿਆ, ਗੁਰੂ ਸਾਹਿਬ ਵੱਲ ਸਿੱਖ ਦਿੱਤੀ ਜਾ ਰਹੀ ਹੈ। ਹਾਂਜੀ, ਦੂਰ ਟਿਕਾਏ ਉੱਤਰ ਕਰ ਡੋਰੀ। ਹਾਂਜੀ, ਗਮਨੀ ਸ਼੍ਰੀ ਹਰਗੋਬਿੰਦ ਓਰੀ। ਉਹਨਾਂ ਨੂੰ ਆਖਿਆ ਤੁਸੀਂ ਦੂਰ ਹੀ ਰਹੋ, ਤੁਸੀਂ ਨਹੀਂ ਅੱਗੇ ਆਉਣਾ ਭਾਈ। ਹਾਂਜੀ, ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਅੰਮ੍ਰਿਤ ਵੇਲੇ ਦਾ ਸਮਾਂ, ਨੇਤਰ ਬੰਦ, ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ। ਜਿੱਥੇ ਮੇਰੇ ਮਾਲਕ ਬੈਠੇ ਸਨ ਉੱਥੇ ਧੀ ਵੀ ਪਹੁੰਚ ਗਈ ਜੀ। ਹਾਂਜੀ, ਆਕੁਲ ਸੁਤਾ ਆਨੰਦ ਮਨ ਧਾਰਿਓ। ਤੇ ਬਸ ਜਦੋਂ ਗੁਰੂ ਜੀ ਦੇ ਦਰਸ਼ਨ ਹੋਏ, ਗੱਜ ਕੇ ਆਖੋ ਵਾਹਿਗੁਰੂ। ਦਰਸ਼ਨ ਦੂਰੋਂ ਹੀ ਹੋ ਗਏ ਜੀ। ਅਰਦਾਸਾਂ ਬੇਨਤੀਆਂ ਹੁਣ ਇੱਕਦਮ ਜੀਵਨ 'ਚ ਪਲਟਾ ਆਉਣਾ ਹੈਗਾ ਜੀ। ਕਿੱਥੇ ਬਾਣੀ ਪੜ੍ਹਨੀ ਤੇ ਕਿੱਥੇ ਰੋਟ ਵੇਲਣੇ ਪੈਣੇ ਹੈਗੇ ਜੀ। ਇੱਕਦਮ ਪਲਟਾ ਆ ਜਾਣਾ ਹੀ ਜ਼ਿੰਦਗੀ ਵਿੱਚ ਜੀ। ਉਸੇ ਵੇਲੇ ਦੂਰੋਂ ਹੀ ਮਾਲਕ ਦੇ ਦਰਸ਼ਨ ਹੋ ਗਏ। ਬਸ ਜਿਹਦੇ ਸਾਹਮਣੇ ਗੁਰੂ ਜੀ ਹੋਣ ਉਹਨੂੰ ਚਿੰਤਾ ਜੀ ਕਿਸੇ ਗੱਲ ਦੀ। ਹਾਂਜੀ, ਬਸ ਦੂਰੋਂ ਹੀ ਦਰਸ਼ਨ ਕਰਕੇ ਆਨੰਦ ਆ ਗਿਆ ਜੀ ਇੱਕ ਵਾਰੀ। ਹਾਂਜੀ, ਬੈਠੇ ਸਤਿਗੁਰ ਦਰਸ ਨਿਹਾਰਿਓ। ਤੇ ਜਿੱਥੇ ਸੰਗਤ ਵਿੱਚ ਇੱਕ ਪਾਸੇ ਬੀਬੀਆਂ ਪਾਣਾ ਸਨ, ਹਾਂਜੀ,
ਉੱਥੇ ਫਿਰ ਇਹ ਸਿੱਖ ਦੀ ਧੀ ਵੀ ਸੱਜ ਗਈ। ਹਾਂਜੀ, ਸਭਾ ਵਿਸਾਲ ਲੱਗੀ ਚਹੁੰ ਫੇਰੇ, ਚਾਰੋਂ ਪਾਸੇ ਸਿੱਖ ਸੰਗਤਾਂ ਸਨ। ਹਾਂਜੀ, ਨਰ ਨਾਰੀ ਸੁਨ ਸ਼ਬਦ ਕਨੇਰੇ, ਤੇ ਬਸ ਪ੍ਰੇਮ ਨਾਲ ਸੰਗਤ ਫਿਰ ਕੀਰਤਨ ਸੁਣ ਰਹੀ ਸੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬੜੇ ਪ੍ਰੇਮ ਨਾਲ ਸੰਗਤਾਂ ਕੀਰਤਨ ਸੁਣ ਰਹੀਆਂ। ਫਿਰ ਉਹ ਪੰਕਤੀ ਸੁਣੋ, ਹਰ ਅੰਮ੍ਰਿਤ ਭਿੰਨੇ ਲੋਇਣਾ। ਫਿਰ ਪੜੋ ਜੀ। ਹਰਿ ਅੰਮ੍ਰਿਤ ਪਿੰਨੇ ਲੋਇਣਾ, ਮਨ ਪ੍ਰੇਮ ਰਤਨ ਰਾਮ ਰਾਜੇ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨ ਰਾਮ ਰਾਜੇ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨ ਰਾਮ ਰਾਜੇ। ਬਹੁਤੇ ਹੀ ਪਿਆਰ ਨਾਲ ਜੀ ਇਸ ਗੁਰਬਾਣੀ ਦਾ ਕੀਰਤਨ ਸੁਣਿਆ ਸੰਗਤ ਵਿੱਚ ਬੈਠ ਕੇ। ਹਾਂਜੀ, ਜੁਗ ਕਰ ਜੋਰ ਬੰਦਨਾ ਕੀਨ, ਤੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ ਗੁਰੂ ਜੀ ਨੂੰ। ਤੁਸੀਂ ਵੀ ਟੇਕੋ ਸਾਰੇ ਹੱਥ ਜੋੜੋ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹਨੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ। ਹਾਂਜੀ, ਬੈਠੀ ਸ਼ਬਦ ਬਿਖੈ ਚਿਤ ਦੀਨ, ਤੇ ਗੁਰਮੁਖੋ ਬਸ ਬੈਠ ਗਈ ਤੇ ਭੁੱਲ ਹੀ ਗਿਆ ਵੀ ਮੈਂ ਤੇ ਡੋਲੇ ਨਾਲ ਆਈ ਹੈ। ਇਹ ਗੱਲ ਦਾ ਚੇਤਾ ਹੀ ਭੁੱਲ ਗਿਆ ਵੀ ਮੈਂ ਤੇ ਸਹੁਰੇ ਘਰ ਜਾਣਾ। ਬਸ ਜਦੋਂ ਕੀਰਤਨ ਸੁਣਨ ਲੱਗੀ ਉੱਥੇ ਹੀ ਬੈਠ ਗਈ ਜੀ। ਸ਼ਬਦ ਵਿੱਚ ਚਿੱਤ ਜੁੜ ਗਿਆ। ਗੁਰਮੁਖੋ ਜਦੋਂ ਥੋੜਾ ਬਹੁਤਾ ਦੁੱਖ ਆਇਆ ਹੋਏ ਫਿਰ ਤੇ ਜ਼ਿਆਦਾ ਚਿੱਤ ਜੁੜਦਾ ਜੀ। ਤੇ ਉਦੋਂ ਮਨ 'ਚ ਹੀ ਚਿੰਤਾ ਸੀ, ਪਰ ਜਿਉਂ ਹੀ ਸ਼ਬਦ ਸੁਣਿਆ ਕੰਨਾਂ ਵਿੱਚ ਪਿਆ, ਨੇਤਰ ਬੰਦ ਹੋ ਗਏ, ਸੁਰਤ ਹੀ ਭੁੱਲ ਗਈ ਵੀ ਮੈਂ ਬੈਠੀ ਕਿੱਥੇ ਆ। ਹਾਂਜੀ, ਕਿਤਕ ਵਾਰ ਮੈਂ ਆਸਾ ਵਾਰ, ਕੁਝ ਸਮੇਂ ਵਿੱਚ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਿਆ। ਪਾਇਓ ਭੋਗ ਆਨੰਦ ਕੋ ਧਾਰ, ਗੁਰੂ ਕੇ ਸਿੱਖਾਂ ਨੇ ਬੜਾ ਆਨੰਦ ਧਾਰ ਕੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਾਇਆ। ਹਾਂਜੀ, ਤਬ ਸਤਿਗੁਰ ਤਿਸ ਔਰ ਨਿਹਾਰੇ, ਤੇ ਗੱਜ ਕੇ ਆਖੋ ਵਾਹਿਗੁਰੂ। ਤੇ ਗੁਰਮੁਖੋ ਹੁਣ ਕੀਰਤਨ ਦਾ ਪੈ ਗਿਆ ਭੋਗ, ਤੇ ਗੁਰੂ ਸਾਹਿਬ ਨੇ ਨੇਤਰ ਖੋਲ ਲਏ ਜੀ। ਜਿਹੜੀ ਕਥਾ ਹੈ ਇਹ ਅੱਖਾਂ ਖੋਲ ਕੇ ਸੁਣਨੀ ਹੈ ਤੇ ਕੀਰਤਨ ਅੱਖਾਂ ਬੰਦ ਕਰਕੇ ਜੀ। ਹਾਂਜੀ, ਤੇ ਮਹਾਰਾਜ ਨੇ ਨੇਤਰ ਖੋਲੇ, ਸਾਰੀ ਸੰਗਤ ਵੱਲ ਦ੍ਰਿਸ਼ਟੀ ਪਾਈ, ਤੇ ਵਿੱਚ ਸੱਜੀ ਧੱਜੀ ਉਹ ਵੀ ਬੈਠੀ ਹੈ ਜੀ। ਹਾਂਜੀ, ਸਗਰੋ ਬੇਸ ਵਿਆਹ ਕੋ ਧਾਰੇ, ਮਹਾਰਾਜ ਦੇਖ ਰਹੇ ਨੇ ਇਹਨੇ ਤੇ ਸਾਰਾ ਵਿਆਹ ਵਾਲੇ ਕੱਪੜੇ ਪਾਏ ਨੇ। ਹਾਂਜੀ, ਬੜੀ ਪ੍ਰਾਤ ਕਿਤ ਤੇ ਚੱਲ ਆਈ, ਤੇ ਵਿਆਹ ਵਾਲੀ ਲੜਕੀ। ਹਾਂਜੀ, ਗੱਜ ਕੇ ਆਖੋ ਵਾਹਿਗੁਰੂ। ਵਿਆਹ ਵਾਲੇ ਕੱਪੜੇ ਪਾਏ ਵਿਆਹ ਵਾਲੀ ਲੜਕੀ, ਇਹ ਇਸ ਸਮੇਂ ਇੱਥੇ ਕੀ ਕਰ ਰਹੀ ਹੈ? ਹਾਂਜੀ, ਕੋ ਕਾਰਜ ਅਰ ਕਹਾਂ ਸਿਧਾਈ, ਕੀ ਕਾਰਜ ਹੈ, ਕਿਸ ਕੰਮ ਵਾਸਤੇ ਹੈ, ਪਤਾ ਤਾਂ ਹੈ ਸਾਰੀਆਂ ਗੱਲਾਂ ਦਾ ਜੀ। ਹਾਂਜੀ, ਆਕੁਲ ਸੁਤਾ ਕਹਿਓ ਤਿਸ ਬੇਰੇ, ਤੇ ਗੁਰੂ ਸਾਹਿਬ ਨੇ ਫਿਰ ਪੁੱਛ ਹੀ ਲਿਆ। ਮਹਾਰਾਜ ਕਹਿੰਦੇ ਧੀਏ ਅੱਗੇ ਆ। ਹਾਂਜੀ, ਅੱਗੇ ਆਈ। ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਹੈ ਕੌਣ ਤੂੰ? ਕਹਿਣ ਲੱਗੇ ਵਿਆਹ ਵਾਲਾ ਜੋੜਾ ਪਾਇਆ ਹੈ ਕੌਣ? ਤੇ ਉਹਨੇ ਵੀ ਫਿਰ ਨਾ ਜੀ ਉਸੇ ਤਰ੍ਹਾਂ ਹੀ ਹੱਥ ਜੋੜ ਕੇ ਬੇਨਤੀ ਕੀਤੀ। ਹਾਂਜੀ, ਗ੍ਰਹਿ ਵੱਡੇ ਘਰ ਨਹਿਰ ਮੇਰੇ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਮੇਰੇ ਪੇਕੇ ਵੱਡੇ ਘਰ ਵਿੱਚ, ਵੱਡੇ ਘਰ ਪਿੰਡ ਵਿੱਚ ਨੇ। ਪਿੰਡ ਦਾ ਨਾਂ ਵੱਡਾ ਘਰ ਹੈ ਜੀ। ਮਹਾਰਾਜ ਉਸ ਪਿੰਡ ਵਿੱਚ ਮੇਰੇ ਪੇਕੇ ਨੇ। ਹਾਂਜੀ, ਸਰਵਰ ਕੇ ਸੇਵਕ ਸਸੁਰਾਰੇ, ਪਰ ਮਹਾਰਾਜ ਕੋਈ ਇਹੋ ਜਿਹਾ ਕਰਮ ਅੱਗੇ ਆ ਗਿਆ, ਜਿਹੜੇ ਸਹੁਰੇ ਘਰ ਨੇ ਉਹ ਮਹਾਰਾਜ ਸਰਵਰੀਏ ਮਿਲ ਗਏ ਨੇ। ਸਹੁਰਾ ਪਰਿਵਾਰ ਬਾਣੀ ਨਹੀਂ ਪੜਦਾ, ਸਹੁਰਾ ਪਰਿਵਾਰ ਤੁਹਾਡਾ ਸਿੱਖ ਨਹੀਂ ਹੈ। ਤੇ ਮੈਂ ਤੇ ਬਚਪਨ ਤੋਂ ਸਿੱਖੀ ਵਿੱਚ ਰਹੀ ਹਾਂ। ਮੇਰੇ ਪਿਤਾ ਜੀ ਗੁਰੂ ਘਰ ਦੇ ਸੇਵਕ ਨੇ, ਪਰ ਸਹੁਰੇ ਘਰ ਸਰਵਰੀਆਂ ਦੇ ਸੇਵਕ ਨੇ। ਮਹਾਰਾਜ ਗਰੀਬ ਨਵਾਜ ਮੇਰੀ ਬੇਨਤੀ ਹੈ ਇੱਕ। ਹਾਂਜੀ, ਇਹ ਚਿੰਤਾ ਚਿਤ ਭਈ ਉਦਾਰੇ, ਮਹਾਰਾਜ ਮੇਰੇ ਪਿਤਾ ਸਿੱਖ ਨੇ, ਮੈਂ ਸਿੱਖ ਦੀ ਧੀ ਹਾਂ। ਸੱਚੇ ਪਾਤਸ਼ਾਹ ਗੁਰੂ ਸਾਹਿਬ ਕਹਿਣ ਲੱਗੇ ਤੂੰ ਸਿੱਖ ਦੀ ਧੀ ਨਹੀਂ, ਤੂੰ ਸਾਡੀ ਧੀ ਹੈ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਮਤ ਚਿੰਤਾ ਕਰਿਆ ਕਰੋ, ਧੀ ਨੂੰ ਅੰਮ੍ਰਿਤ ਨਹੀਂ ਛਕਾਉਣਾ। ਕਹਿ ਦਿੰਦੇ ਸਾਡੇ ਜੀ ਹੈ ਲੜਕੀ ਨੂੰ ਨਹੀਂ ਅੰਮ੍ਰਿਤ ਛਕਾਉਣਾ। ਗੁਰਮੁਖੋ ਆਪਣੀ ਬੇਟੀ ਦੀ ਬਾਂਹ ਗੁਰੂ ਨੂੰ ਫੜਾਓ ਤੇ ਸਹੀ ਜੀ। ਹਾਂਜੀ, ਆਹੇ ਜੀ ਧੀਆਂ ਨੂੰ ਅੰਮ੍ਰਿਤ ਨਹੀਂ ਛਕਾਉਣਾ ਚਾਹੀਦਾ ਜੀ। ਕਰੋੜ ਕਰੋੜ ਕੇ ਕਹਿੰਦੇ ਜੀ। ਗੁਰਮੁਖੋ ਧੀ ਪੁੱਤਰ ਬਰਾਬਰ ਨੇ। ਪੁੱਤ ਦੀ ਬਾਂਹ ਗੁਰੂ ਨੂੰ ਫੜਾਈ ਤੇ ਧੀ ਦੀ ਨਹੀਂ ਫੜਾਉਣੀ ਜੀ। ਹਾਂਜੀ, ਧੀ ਦੀ ਬਾਂਹ ਵੀ ਗੁਰੂ ਨੂੰ ਫੜਾਉਣੀ ਹੈ। ਧੀਆਂ ਨੂੰ ਵੀ ਗੁਰੂ ਕੀ ਸਿੱਖੀ ਬਣਾਓ।
ਮਹਾਰਾਜ ਕਹਿੰਦੇ ਤੂੰ ਸਾਡੀ ਧੀ ਹੈ। ਉਹ ਕਹਿਣ ਲੱਗੇ ਫਿਰ ਮਹਾਰਾਜ ਮੇਰੇ ਮਨ ਵਿੱਚ ਤੇ ਚਿੰਤਾ ਲੱਗੀ ਪਈ ਹੈ। ਹਾਂਜੀ ਅਬ ਮੈਂ ਦਰਸ਼ਨ ਕਰ ਹਉ ਗੁਰ ਕਾ। ਮਹਾਰਾਜ ਪਰ ਹੁਣ ਤੁਹਾਡੇ ਦਰਸ਼ਨ ਹੋ ਗਏ ਨੇ ਸੱਚੇ ਪਾਤਸ਼ਾਹ। ਹਾਂਜੀ ਪੂਰਨ ਹੋਏ ਮਨੋਰਥ ਉਰਕਾ। ਤੇ ਜਦੋਂ ਦੀ ਮੇਰੀ ਕੰਨਾਂ 'ਚ ਆਵਾਜ਼ ਪਈ ਵੀ ਮੇਰੇ ਸਹੁਰੇ ਸਰਵਰੀਏ ਨੇ, ਉਰੋਂ ਦੀਆਂ ਹੀ ਅਰਦਾਸਾਂ ਕਰ ਰਹੀ ਸਾਂ, ਤੁਹਾਡੇ ਦਰਸ਼ਨ ਹੋ ਗਏ, ਮਨੋਰਥ ਪੂਰਾ ਹੋ ਗਿਆ। ਹਾਂਜੀ ਪੁੰਨ ਮੈਂ ਪਰਬਸ ਪਰੋਂ ਦੁਖਾਰੀ। ਹਾਂਜੀ ਨਹਿ ਮੇਰੋ ਬਸ ਚੱਲੈ ਵਿਚਾਰੀ। ਮਹਾਰਾਜ ਹੁਣ ਕਿਰਪਾ ਕਰੋ, ਦਇਆ ਕਰੋ, ਪਰਾਏ ਵਸ ਹੋ ਜਾਣਾ, ਦੂਜੇ ਘਰ ਵਿੱਚ ਚਲ ਜਾਣਾ, ਮੇਰਾ ਕੋਈ ਵਸ ਨਹੀਂ ਚੱਲਣਾ। ਦੱਸੋ ਮੈਂ ਬਾਣੀ ਕਿਵੇਂ ਪੜਾਂ। ਹਾਂਜੀ ਜਾਂ ਤੇ ਮੈਂ ਚੱਲ ਕਰ ਅਬ ਆਈ। ਹਾਂਜੀ ਸੁਨਿਓ ਸ਼ਬਦ ਤੁਮ ਦਰਸ਼ਨ ਪਾਈ। ਇਹ ਤੇ ਮਹਾਰਾਜ ਆਸਾ ਦੀ ਵਾਰ ਦਾ ਕੀਰਤਨ ਸੁਣ ਕੇ ਆਈ ਆ। ਮਹਾਰਾਜ ਕਰੋ ਕਿਰਪਾ, ਦਇਆ ਕਰੋ। ਬੜੀਆਂ ਅਰਦਾਸਾਂ ਕੀਤੀਆਂ ਜੀ ਉਹਨੇ। ਹਾਂਜੀ ਸੁਨ ਕੰਨਿਆ ਤੇ ਭਏ ਕਿਰਪਾਲ। ਹੇਰੀ ਸ਼ਰਧਾ ਭਾਉ ਵਿਸਾਲ। ਤੇ ਹੁਣ ਸੁਣੋ, ਜਦੋਂ ਗੁਰੂ ਸਾਹਿਬ ਕਿਰਪਾਲੂ ਹੋ ਜਾਣ ਤੇ ਕੀ ਕਰਦੇ ਜੀ। ਹਾਂਜੀ 2 ਮਿੰਟ ਰਹਿ ਗਏ ਕਥਾ ਦੇ, ਪ੍ਰੇਮ ਨਾਲ ਸੁਣ ਲਿਓ। ਥੋੜਾ ਜਿਹਾ ਸਾਵਧਾਨ ਹੋ ਕੇ ਹੱਥ ਜੋੜ ਕੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਗੁਰੂ ਸਾਹਿਬ ਕਿਰਪਾਲੂ ਹੋ ਜਾਣ ਤੇ ਗੁਰੂ ਸਾਹਿਬ ਫਿਰ ਕੀ ਕਿਰਪਾ ਕਰਦੇ ਜੀ। ਹਾਂਜੀ ਸੱਚੇ ਪਾਤਸ਼ਾਹ ਨੇ ਦੇਖਿਆ ਇਹਦੇ ਅੰਦਰ ਬਾਣੀ ਨਾਲ ਬੜਾ ਪਿਆਰ ਹੈ। ਹਾਂਜੀ ਸ਼੍ਰੀ ਮੁਖ ਤੇ ਅੰਮ੍ਰਿਤ ਸਮ ਕਹਿਓ। ਅੰਮ੍ਰਿਤ ਵਰਗੇ ਬੋਲ ਸਨ ਗੁਰੂ ਸਾਹਿਬ ਦੇ। ਮਹਾਰਾਜ ਸੱਚੇ ਪਾਤਸ਼ਾਹ ਗੁਰੂ 6ਵੇਂ ਪਾਤਸ਼ਾਹ ਜੀ ਨੇ ਫਿਰ ਇਸ ਤਰ੍ਹਾਂ ਕਿਹਾ। ਹਾਂਜੀ ਤੇਰੋ ਲੇਖ ਇਸੀ ਬਿਦ ਲਹਿਓ। ਧੀਏ ਤੇਰੇ ਲੇਖ ਤੇ ਇਸੇ ਤਰ੍ਹਾਂ ਦੇ ਸੀ। ਅੱਜ ਕੇ ਆਖੋ ਵਾਹਿਗੁਰੂ। ਵੀ ਹੈ ਤੇ ਤੂੰ ਸਰਵਰੀਆਂ ਦੇ ਘਰ ਹੀ ਜਾਣਾ। ਪੁਰਾਣੇ ਲੇਖ ਸੰਬੰਧ ਹੁੰਦੇ ਜੀ ਬੰਦੇ ਤੇ ਜੀ। ਹਾਂਜੀ ਇਹ ਜਿਹੜਾ ਵਿਆਹ ਹੋਣਾ ਨਾ ਜੀ ਗੁਰਮੁਖੋ, ਇਹ ਭਰਾ ਤੋਂ ਨਹੀਂ ਸੰਬੰਧ ਹੁੰਦੇ ਜੀ। ਇੱਕ ਜਨ ਦਾ ਪਤੀ ਪਤਨੀ ਦਾ ਸੰਬੰਧ ਥੋੜੀ ਹੁੰਦਾ ਜੀ। ਕਦੀ ਕੋਈ ਪੁੱਤ ਬਣਿਆ ਹੁੰਦਾ, ਕਦੀ ਕੋਈ ਬਾਪ ਬਣਿਆ ਹੁੰਦਾ, ਕਦੀ ਕੋਈ ਪਤਨੀ ਬਣਿਆ ਹੁੰਦਾ, ਕਦੀ ਕੋਈ ਪਤਨੀ ਬਣਿਆ ਹੁੰਦਾ ਜੀ। ਇਹ ਤੇ ਪੂਰਬਲੇ ਸੰਬੰਧ ਨੇ। ਮਹਾਰਾਜ ਕਹਿੰਦੇ ਬੇਟਾ ਤੇਰੇ ਲੇਖ ਇਸੇ ਤਰ੍ਹਾਂ ਹੀ ਸਨ। ਹਾਂਜੀ ਚੱਲ ਆਈ ਸਤ ਸੰਗਤ ਸ਼ਰਣੀ। ਪਰ ਆ ਤੁਸੀਂ ਆਏ ਹੋ, ਗੁਰੂ ਦੀ ਹਜ਼ੂਰੀ 'ਚ ਬੈਠੇ ਹੋ, ਸੁਣੋ ਇਹਦਾ ਲਾਭ ਕੀ ਹੈ। ਹੱਥ ਜੋੜ ਕੇ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਧੀਏ ਤੂੰ ਸਤ ਸੰਗਤ ਦੀ ਸ਼ਰਨ ਵਿੱਚ ਆ ਗਈ ਹੈ। ਕਹਿਣ ਲੱਗੀ ਤੂੰ ਸਤ ਸੰਗਤ ਦੀ ਸ਼ਰਨ ਵਿੱਚ ਆ ਗਈ ਹੈ। ਤੇ ਸਤ ਸੰਗਤ ਕਿਹੜੀ ਹੈ? ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ, ਜਿੱਥੇ ਨਾਮ ਜਪਿਆ ਜਾ ਰਿਹਾ ਹੋਵੇ, ਜਿੱਥੇ ਗੁਰੂ ਕੇ ਪਿਆਰੇ ਬੈਠੇ ਹੋਣ, ਜਿੱਥੇ ਸਤਿਗੁਰੂ ਜੀ ਹੋਣ। ਹਾਂਜੀ ਲਿਖ ਹੈ ਲੇਖ ਅਬ ਜਿਉ ਸ਼ੁਭ ਕਰਨੀ। ਜਿਹੋ ਜਾ ਤੂੰ ਸ਼ੁਭ ਕਰਮ ਕੀਤਾ ਹੈ ਨਾ, ਉਹੋ ਜਿਹੀ ਤੇਰੇ ਲੇਖ ਲਿਖ ਦਿੰਨੇ। ਕਹਿਣ ਲੱਗੇ ਲੇਖ ਲਿਖਣੇ ਤੇ ਗੁਰੂ ਜੀ ਦੀ ਮਰਜ਼ੀ ਹੈ। ਗੱਜ ਕੇ ਆਖੋ ਵਾਹਿਗੁਰੂ। ਚੇਤਾ ਕਰੋ ਸਾਖੀ ਬਾਈ ਦੇਸਾ ਦੀ ਕਰੋੜ ਕੇ ਆਖਿਆ ਸੀ ਮਹਾਰਾਜ ਦੇਸਾ ਜੱਟੀ ਹਾਂ, ਤੇ ਮਹਾਰਾਜ ਸਭ ਪਾਸਿਓਂ ਹਾਰ ਕੇ ਆਈ, ਤੁਸੀਂ ਕਿਰਪਾ ਕਰੋ। ਮਹਾਰਾਜ ਨੇ ਕਿਹਾ ਤੇਰੇ ਤੇ ਲੇਖਾਂ 'ਚ ਹੀ ਨਹੀਂ ਹੈਗਾ, ਕਰਮਾਂ 'ਚ ਹੀ ਨਹੀਂ ਹੈਗਾ। ਸਿੱਖ ਦੀ ਸੰਗਤ ਮਿਲ ਗਈ ਭਾਈ ਗੁਰਦਾਸ ਜੀ ਦੀ। ਪੁੱਛਿਆ ਗੁਰੂ ਕੋਲੋਂ ਕੋਈ ਆਇਆ ਹੋਵੇ ਤੇ ਉਦਾਸ ਹੋਵੇ। ਉਹਨੇ ਕਿਹਾ ਗੁਰੂ ਨੇ ਕਿਹਾ ਤਾਂ ਮੇਰੇ ਲੇਖਾਂ 'ਚ ਹੀ ਨਹੀਂ ਹੈਗਾ। ਭਾਈ ਗੁਰਦਾਸ ਜੀ ਕਹਿਣ ਲੱਗੇ ਫਿਰ ਕੱਲ ਨੂੰ ਕਲਮ ਲੈ ਜੀ, ਕੱਲ ਨੂੰ ਕਾਗਜ਼ ਲੈ ਜੀ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਕਿਉਂ ਜ਼ਰੂਰੀ ਹੈ ਜੀ? ਕਿਉਂ ਜ਼ਰੂਰੀ ਸੰਗਤ? ਸੰਗਤ ਬਹੁਤ ਕੁਝ ਬੰਦੇ ਨੂੰ ਸਿਖਾ ਦਿੰਦੀ ਹੈ। ਕੱਲ ਨੂੰ ਕਲਮ ਲੈ ਜੀ, ਕੱਲ ਨੂੰ ਕਾਗਜ਼ ਲੈ ਜੀ, ਤੇ ਗੁਰੂ ਸਾਹਿਬ ਨੂੰ ਆਖੀ ਲੇਖ ਤੁਸੀਂ ਲਿਖਣੇ ਨੇ। ਗੱਜ ਕੇ ਆਖੋ ਵਾਹਿਗੁਰੂ। ਉੱਥੇ ਨਹੀਂ ਤੇ ਇੱਥੇ ਲਿਖ ਦਿਓ, ਪਰ ਲਿਖੋ ਸੱਚੇ ਪਾਤਸ਼ਾਹ। ਹਾਂਜੀ ਪਰ ਇੱਥੇ ਤੇ ਗੁਰੂ ਸਾਹਿਬ ਨੇ ਆਪ ਹੀ ਕਿਰਪਾ ਕਰਤੀ। ਵੇਖ ਲਓ ਗੁਰਮੁਖੋ, ਸਮਾਂ ਨਹੀਂ ਪਰ ਮੈਂ ਟੂਕ ਦੀ ਬੇਨਤੀ ਕਰਦਿਆਂ ਸੰਗਤ ਵਿੱਚ ਆਉਣ ਦਾ ਕਿੰਨਾ ਫਲ ਜੇ। ਹੱਥ ਜੋੜੋ ਤੇ ਗੱਜ ਕੇ ਆਖੋ ਵਾਹਿਗੁਰੂ। ਸੰਗਤ ਕਰਨ ਦਾ ਕਿੰਨਾ ਫਲ ਜੇ। ਸੰਗਤ ਤੇ ਵਾੜ ਹੈ ਜੀ, ਇੱਕ ਜੀ ਵਾੜ ਹੈ ਹਰ ਇੱਕ ਸਿੱਖ ਵਾਸਤੇ, ਭਾਵੇਂ ਉਹ ਕਿੰਨਾ ਵੱਡਾ ਵੀ ਵਿਦਵਾਨ ਕਿਉਂ ਨਾ ਹੋਵੇ, ਜਿਹੋ ਜਿਹਾ ਮਰਜ਼ੀ ਹੋਵੇ, ਸੰਗਤ ਉਹਦੇ ਵਾਸਤੇ ਵੀ ਜ਼ਰੂਰੀ ਹੈ। ਮਹਾਰਾਜ ਕਹਿੰਦੇ ਤੂੰ ਸ਼ੁਭ ਕਰਮ ਕੀਤਾ, ਤੂੰ ਸੰਗਤ ਕੀਤੀ, ਜਿਹੋ ਜਿਹਾ ਸ਼ੁਭ ਕਰਮ ਕੀਤਾ ਉਹੋ ਜਿਹੇ ਸ਼ੁਭ ਲੇਖ ਲਿਖ ਦਿੰਦੇ। ਕਹਿਣ ਲੱਗੇ ਹੈ ਤੇ ਲੇਖਾਂ 'ਚ ਉਹੋ ਜਿਹਾ ਹੀ ਸੀ, ਤੁਰ ਉਹੋ ਹੀ ਮਿਲਨੇ ਸਨ, ਸਰਵਰ ਹੀ ਗਈ, ਪਰ ਸ਼ੁਭ ਕਰਮ ਹੋ ਗਿਆ ਸੰਗਤ। ਕੀਰਤਨ ਸੁਣ ਲਿਆ ਪ੍ਰੇਮ ਨਾਲ,
ਕਹਿਣ ਲੱਗੇ ਹੁਣ ਲੇਖ ਹੀ ਸ਼ੁਭ ਲਿਖ ਦਿੰਦੇ ਆ। ਹਾਂਜੀ ਪਿਤਾ ਦਿਓ ਪਕਵਾਨ ਕੁਛ ਸੋ ਹਾਂਜੀ। ਗੁਰ ਅਗਰ ਚੜਾਏ। ਪਿਤਾ ਨੇ ਜਿਹੜੇ ਪਕਵਾਨ ਦਿੱਤੇ ਸਨ ਉਹ ਗੁਰੂ ਅੱਗੇ ਰੱਖੇ ਜੀ ਉਹਨੇ। ਹਾਂਜੀ ਧੰਨ ਗੁਰੂ ਸਭ ਸ਼ਕਤ ਧਰ ਲੀਜੈ ਮੋਹਿ ਬਚਾਏ। ਤੇ ਫਿਰ ਇੱਕੋ ਹੀ ਗੱਲ ਆਖੀ, ਸੱਚੇ ਪਾਤਸ਼ਾਹ ਤੁਸੀਂ ਧੰਨ ਚ ਮਹਾਰਾਜ ਫਿਰ ਮੈਨੂੰ ਬਚਾ ਲਓ। ਗੱਜ ਕੇ ਆਖੋ ਵਾਹਿਗੁਰੂ। ਧੰਨ ਗੁਰੂ ਸਭ ਸ਼ਕਤ ਧਰ ਲੀਜੈ ਮੋਹਿ ਬਚਾਏ। ਹਾਂਜੀ ਸੁਨ ਪ੍ਰਸੰਨ ਗੁਰ ਬਾਕ ਬਖਾਨਾ। ਸੱਚੇ ਪਾਤਸ਼ਾਹ ਮਹਾਰਾਜ ਨੇ ਖੁਸ਼ ਹੋ ਕੇ ਫਿਰ ਬਚਨ ਕੀਤਾ, ਨਵੋ ਲੇਖ ਲਿਖ ਬੋ ਤੁਮ ਠਾਨਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਧੀਏ ਤੇਰੇ ਲੇਖ ਨਵੇਂ ਲਿਖ ਦਿੱਤੇ। ਕਹਿਣ ਲੱਗੇ ਨਵੇਂ ਲੇਖ ਲਿਖ ਦਿੱਤੇ ਤੇਰੇ। ਹਾਂਜੀ ਪਿਤਾ ਤੋਹੇ ਸਿੱਖ ਸੋਤੇ ਤਰਿਓ। ਮਹਾਰਾਜ ਕਹਿੰਦੇ ਤੇਰਾ ਪਿਤਾ ਸਿੱਖ ਹੈ। ਕਹਿਣ ਲੱਗੇ ਤੇ ਸੁਣ ਲਾ, ਗੁਰੂ ਸਾਹਿਬ ਮੁਖੋਂ ਕਹਿ ਰਹੇ ਜੀ। 2 ਮਿੰਟ ਧਿਆਨ ਦੇ ਦਿਓ। ਗੁਰੂ ਸਾਹਿਬ ਮੁਖੋਂ ਕਹਿ ਰਹੇ। ਮਹਾਰਾਜ ਕਹਿੰਦੇ ਪਿਤਾ ਤੇਰਾ ਸਿੱਖ ਹੈ, ਪਿਤਾ ਤੇ ਤੇਰਾ ਤਰ ਗਿਆ। ਕਹਿਣ ਲੱਗੇ ਹਾਂਜੀ ਘਰ ਸਸੁਰਾਲ ਕਿਰਤਾਰਥ ਕਰਿਓ। ਪਰ ਗੱਜ ਕੇ ਆਖੋ ਵਾਹਿਗੁਰੂ। ਤੂੰ ਧੀਏ ਸੰਗਤ ਕੀਤੀ ਹੈ, ਪਿਤਾ ਤੋਂ ਤੇਰਾ ਤਰਿਆ ਹੀ ਹੈ। ਸੰਗਤ ਤਾਰ ਕੇ ਤੂੰ ਆਪਣਾ ਸਹੁਰਾ ਪਰਿਵਾਰ ਵੀ ਸਾਰਾ ਤਾਰ ਦਿੱਤਾ। ਕਹਿਣ ਲੱਗੀ ਸਹੁਰਾ ਪਰਿਵਾਰ ਵੀ ਤਾਰਤਾ। ਹੁਣ ਉਹ ਤੇ ਵੇਖੋ ਸਰਵਰਗੇ ਇੰਨੀ ਛੇਤੀ ਕਿਵੇਂ ਮਹਾਰਾਜ ਨੇ ਬਚਨ ਕਰਤਾ। ਹਾਂਜੀ ਸਿੱਖੀ ਦਾਨ ਦੀਨ ਹਮ ਤੋਹੀ। ਮਹਾਰਾਜ ਕਹਿੰਦੇ ਤੂੰ ਘਬਰਾਉਣੀ ਸੈਨਾ ਵੀ ਉੱਥੇ ਸਿੱਖੀ ਨਹੀਂ ਰਹਿਣੀ। ਜੇ ਹੋਏਗਾ ਹਾਂਜੀ ਬਾਣੀ ਨਹੀਂ ਪੜਨ ਦੇਣੀ। ਗੁਰੂ 6ਵੇਂ ਪਾਤਸ਼ਾਹ ਕਹਿਣ ਲੱਗੇ ਤੈਨੂੰ ਸਿੱਖੀ ਦਾਨ ਵਿੱਚ ਦੇ ਦਿੱਤੀ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਅਧਿਕ ਸਿੱਖ ਸੁਤ ਤੇਰੋ ਹੋਈ। ਮਹਾਰਾਜ ਕਹਿੰਦੇ ਹੋਰ ਕਿਰਪਾ ਕਰਤੀ ਜੀ। ਮਹਾਰਾਜ ਕਹਿੰਦੇ ਕੱਲੀ ਤੇਰੇ ਪਰਿਵਾਰ 'ਚ ਨਹੀਂ ਸਿੱਖੀ, ਜਿਹੜਾ ਤੇਰੇ ਘਰ ਪੁੱਤਰ ਪੈਦਾ ਹੋਏਗਾ ਬੜਾ ਵੱਡਾ ਸਿੱਖ ਪੈਦਾ ਹੋਏਗਾ। ਕਹਿਣ ਲੱਗੇ ਵੇਖ ਲਓ ਵਿਆਹ ਵਾਲਾ ਹੀ ਦੇਣਾ ਜੀ। ਤੇ ਗੁਰੂ ਸਾਹਿਬ ਮੁਖੋਂ ਬਚਨ ਕਰਨ ਦੇ। ਮਹਾਰਾਜ ਕਹਿੰਦੇ ਜਿਹੜਾ ਪੁੱਤਰ ਪੈਦਾ ਹੋਏਗਾ ਬੜਾ ਵੱਡਾ ਸਿੱਖ ਪੈਦਾ ਹੋਏਗਾ। ਹਾਂਜੀ ਪਤ ਭੀ ਸਿੱਖ ਹੋਏ ਹੈ ਭਲੇ। ਗੱਜ ਕੇ ਆਖੋ ਵਾਹਿਗੁਰੂ। ਤੇਰਾ ਪਤੀ ਵੀ ਸਿੱਖ ਬਣ ਜਾਏਗਾ। ਕਹਿਣ ਲੱਗੇ ਹਾਂਜੀ ਗੁਰ ਸਿੱਖੀ ਕੇ ਮਾਰਗ ਚੱਲੇ। ਉਹ ਗੁਰੂ ਦੀ ਸਿੱਖੀ ਦੇ ਮਾਰਗ ਤੇ ਚੱਲੇਗਾ ਜੀ। ਹੁਣ ਇਹਦੇ ਤੋਂ ਅੱਗੇ ਤੇ ਗੱਲ ਹੀ ਸੁਣਾਂਗੇ ਜੀ। ਉਹ ਹੁਣ ਕਿਵੇਂ ਆਉਂਦਾ ਹੈ ਜੀ, ਕਿਵੇਂ ਸਾਰੇ ਮਹਾਰਾਜ ਦੇ ਬਚਨ ਸੱਚ ਹੋ ਜਾਂਦੇ ਜੀ। ਉਹ ਤੇ ਹੁਣ ਆਪਾਂ ਕੱਲ ਨੂੰ ਸੁਣਾਂਗੇ। ਆਖੋ ਸਾਰੇ ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਥੋੜੀ ਜੀ ਸੰਗਤ ਕੀਤੀ ਨਾ ਜੀ, ਪਰ ਅੰਦਰੋਂ ਜੁੜ ਗਈ ਜੀ। ਤੇ ਸੰਗਤ ਦਾ ਕਿੰਨਾ ਵੱਡਾ ਫਲ ਮਿਲ ਗਿਆ। ਸਹੁਰੇ ਪਰਿਵਾਰ ਦੀ ਜੀਵਨ ਲੀਲਾ ਹੀ ਬਦਲ ਦਿੱਤੀ ਗੁਰੂ ਜੀ ਨੇ ਜੀ। ਸਭ ਕੁਝ ਹੀ ਬਦਲਤਾ। ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਹੁਣ ਅਗਲਾ ਪ੍ਰਸੰਗ ਫਿਰ ਕੱਲ ਨੂੰ ਬਚਨ ਤੇ ਗੁਰੂ ਜੀ ਨੇ ਕਰਤਾ। ਕੱਲਾ ਪਰਿਵਾਰ ਨੂੰ ਨਹੀਂ ਸਿੱਖੀ ਦਿੱਤੀ, ਗਾ ਪੁੱਤਰ ਦਾ ਵੀ ਬਚਨ ਕਰਤਾ ਜੀ। ਤੇ ਨਿਰੇ ਪੁੱਤਰ ਦਾ ਨਹੀਂ ਬਚਨ ਕੀਤਾ, ਸਿੱਖ ਪੁੱਤਰ ਦਾ ਬਚਨ ਕੀਤਾ ਜੀ। ਹੁਣ ਇਹਦੇ ਤੋਂ ਅਗਲਾ ਪ੍ਰਸੰਗ ਕੀ ਹੈ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।